क्योंकि रिकॉर्डिंग पॉज कर दी गई है हजे। कोई नहीं सर, कोई गल नहीं। फिर रिकॉर्डिंग उदों स्टार्ट करांगे ना जब तुसीं फिर लैक्चर देना शुरू करोगे। ठीक है ठीक सर, ठीक है सर, ठीक है जी। नहीं सर, कोई नहीं, कोई गल नहीं। ठीक है जी, करो जी शुरू। ठीक है जी, थैंक यू। आई एम चरणजीत कलरा, posted at Government ITI Sunam as WCS instructor. My additional subject is engineering drawing. Today my topic is area of circle, semicircle and circular ring. So students, ਸਭ ਨਾਲ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਲ ਕੀ ਹੈ, ਦੈਨ ਆਪਾਂ ਇਹਦੇ ਪਾਰਟਸ ਡਿਸਕਸ ਕਰਾਂਗੇ। ਨਾਓ ਵਾਟ ਇਜ਼ ਸਰਕਲ? ਦੇਖੋ, ਸਰਕਲ ਇਜ਼ ਅ ਕਲੋਜ਼ਡ ਕਰਵ। ਪਹਿਲੀ ਗੱਲ, ਜਦੋਂ ਵੀ ਅਸੀਂ ਮੈਂਸੂਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਜ਼ਿਆਦਾਤਰ ਕਲੋਜ਼ਡ ਕਰਵਸ ਦੇ ਬਾਰੇ ਗੱਲ ਕਰਦੇ ਹਾਂ, ਅਨਸਿਮੈਟ੍ਰੀਕਲ ਬਾਰੇ ਵੀ ਗੱਲ ਕਰਦੇ ਹਾਂ, ਪਰ ਜ਼ਿਆਦਾ ਜਿਹੜੀਆਂ ਸਾਡੀਆਂ ਕਰਵਸ ਜਾਂ ਸ਼ੇਪਸ ਹੈਗੀਆਂ ਨੇ ਉਹ ਹੈਗੇ ਨੇ ਜੀ ਕਲੋਜ਼ਡ। ਟ੍ਰਾਇੰਗਲ, ਪੋਲੀਗਨ ਮੀਨਸ ਰੈਕਟੈਂਗਲ, ਸਕੁਅਰ ਹੋ ਗਿਆ, ਕੁਆਡਰਲੇਟਰ ਹੋ ਗਏ, ਇਹ ਸਾਰੇ ਕੀ ਨੇ? ਕਲੋਜ਼ਡ ਕਰਵਸ ਨੇ। ਸਿਮਿਲਰ ਇਜ਼ ਸਰਕਲ। ਸਰਕਲ ਦਾ ਮਤਲਬ ਕੀ ਹੈ? ਇੱਕ ਗੋਲ ਚੀਜ਼। ਇੱਕ ਬੜੀ ਸਿੰਪਲ ਐਗਜ਼ਾਮਪਲ ਨਾਲ ਮੈਂ ਇਹਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇੱਕ ਕੁਆਇਨ ਦੇਖ ਰਹੇ ਹੋ ਤੁਸੀਂ, ਉਹਦੇ 'ਚ ਕੀ ਹੈ? ਸਰਕਲ ਕੈਨ ਬੀ ਡਰਾਨ ਵਿਦ ਦਾ ਹੈਲਪ ਆਫ ਸਰਕੂਲਰ ਆਬਜੈਕਟ। ਇੱਕ ਕੁਆਇਨ ਲਓ, ਪੈਨਸਿਲ ਨਾਲ ਉਹਦੇ ਆਲੇ ਦੁਆਲੇ ਤੁਸੀਂ ਰੇਖਾ ਖਿੱਚ ਦਿਓ, ਜੋ ਸ਼ੇਪ ਸਾਨੂੰ ਮਿਲੂਗੀ ਉਹ ਸਰਕੂਲਰ ਹੋਏ, ਉਹ ਗੋਲਾਕਾਰ ਹੋਏ, ਜਿਵੇਂ ਕਿ ਆਪਾਂ ਆਮ ਜ਼ਿੰਦਗੀ 'ਚ ਦੇਖਦੇ ਹਾਂ। ਕਿਸ ਤਰ੍ਹਾਂ? ਜਿਵੇਂ ਟਾਇਰ ਹੋ ਗਿਆ ਮੋਟਰਸਾਈਕਲ ਦਾ, ਗੱਡੀ ਦਾ ਟਾਇਰ ਹੋ ਗਿਆ, ਬੱਸ ਦਾ ਟਾਇਰ ਹੋ ਗਿਆ। ਦੇਰ ਆਰ numerous so many examples in our daily life ਸਰਕਲ ਦੀਆਂ, ਠੀਕ ਹੈ ਨਾ? ਹਰ ਗੋਲ ਚੀਜ਼, ਠੀਕ ਹੈ ਜੀ, ਉਹ ਕੀ ਹੈ? ਆਪਾਂ ਸਰਕਲ ਦੀ ਸ਼ੇਪ 'ਚ ਲੈ ਲੈਂਦੇ, ਠੀਕ ਹੈ ਜੀ। ਤੋ ਸਰਕਲ ਕੀ ਹੈ? ਕਲੋਜ਼ਡ ਕਰਵ ਹੈ, ਬੰਦ ਹੋ ਜਾਣਾ ਹੈ, ਇਹਨੇ ਸਟਾਇਆ ਨਹੀਂ ਹੈ ਕਿ ਓਪਨ ਰਹਿ ਜਾਏਗਾ, ਠੀਕ ਹੈ। ਤੋ ਇਹ ਗੱਲ ਖਾਸ ਯਾਦ ਰੱਖਣੀ ਹੈ, ਸਰਕਲ ਇਜ਼ ਏ ਕਲੋਜ਼ਡ ਕਰਵ। ਹੁਣ ਵਾਟ ਆਰ ਦਾ ਪਾਰਟਸ ਆਫ ਸਰਕਲ? ਦੇਖੋ, ਜਦ ਤੱਕ ਤੁਸੀਂ ਸਰਕਲ ਦੇ ਪਾਰਟਸ ਬਾਰੇ ਤੁਹਾਨੂੰ ਨਹੀਂ ਪਤਾ, ਤਬ ਤੱਕ ਤੁਸੀਂ ਏਰੀਆ, ਉਸਦਾ ਏਰੀਏ ਤੱਕ ਪਹੁੰਚਣਾ ਹੈ
ਤਾਂ ਪਹਿਲਾਂ ਉਹਦੀ ਪੂਰੀ ਡਿਸਕ੍ਰਿਪਸ਼ਨ ਤੋਂ ਸਾਨੂੰ ਗੁਜ਼ਰਨਾ ਪਏਗਾ। ਰੇਡੀਅਸ ਕੀ ਹੈ? ਦੇਖੋ ਪੈਰੀਫਰੀ ਕੀ ਹੈ? ਉਹਦਾ ਘੇਰਾ। ਸਰਕਲ ਦੇ ਸੈਂਟਰ ਤੋਂ, ਜਿਵੇਂ ਕਿ ਉਹ ਕੀ ਹੈ? ਸਾਡਾ ਸੈਂਟਰ ਹੈ। M ਇੱਕ ਬਿੰਦੂ ਹੈ, ਕਿੱਥੇ ਹੈ? ਔਨ ਦਾ ਪੈਰੀਫਰੀ ਆਫ ਦੀ ਸਰਕਲ, ਘੇਰੇ ਦੇ ਪੈਰੀਫਰੀ ਤੇ। ਘੇਰੇ ਦੇ ਪੈਰੀਫਰੀ ਤੇ ਇੱਕ ਬਿੰਦੂ ਹੈ ਜਿਸ ਨੂੰ ਅਸੀਂ M ਨਾਲ ਡੀਨੋਟ ਕੀਤਾ ਹੈ। ਜਦੋਂ ਅਸੀਂ ਉਹ ਦੋਨਾਂ ਨੂੰ ਮਿਲਾ ਦਿੰਨੇ ਆ, when we join OM, ਠੀਕ ਹੈ ਜੀ, ਉਹ ਕੀ ਬਣ ਜਾਂਦਾ ਸਾਡਾ? ਉਹ ਕੀ ਬਣ ਜਾਂਦਾ ਸਾਡਾ? ਰੇਡੀਅਸ ਬਣ ਜਾਂਦਾ। ਠੀਕ ਹੈ ਜੀ। ਇਹ ਲਾਈਨ ਸੈਗਮੈਂਟ that joins any point on the circle, ਕਿਸੇ ਵੀ ਸਰਕਲ ਦੇ ਕਿਸੇ ਵੀ on the periphery ਤੇ ਕੋਈ ਵੀ ਬਿੰਦੂ from its center is called radius। ਇਹ ਗੱਲ ਯਾਦ ਰੱਖਣੀ ਪਏਗੀ ਆਪਾਂ ਨੂੰ। ਔਰ ਇੱਕ ਜੋ ਖਾਸ ਗੱਲ ਇਹ ਹੈ ਕਿ we can draw infinite number of radius from the center of the circle। ਅਸੀਂ ਹਜ਼ਾਰਾਂ ਜੋ ਰੇਡੀਆਈਜ਼ ਨੇ ਡਰਾ ਕਰ ਸਕਦੇ ਹਾਂ ਇੱਕ ਸੈਂਟਰ, ਇੱਕ ਪੈਰੀਫਰੀ ਤੇ। ਨੈਕਸਟ ਹੈ ਸਾਡਾ ਡਾਇਮੀਟਰ। ਨਾ ਇਹ ਸਮਝੋ ਹੁਣ ਕੀ ਹੈ। ਦੇਖੋ, ਇਹ ਲਾਈਨ ਸੈਗਮੈਂਟ that join any 2 point on the circle, ਮਤਲਬ ਕੀ ਹੈ? ਆਪਾਂ ਘੇਰਾ ਲਿੱਤਾ, ਇੱਕ ਗੋਲ ਚੀਜ਼ ਹੈ ਜਾਂ ਗੋਲਾਕਾਰ ਸਰਕਲ ਹੈ। ਆਪਾਂ ਨੇ ਦੋ ਬਿੰਦੂ ਲੈ ਲਏ, ਇੱਕ ਬਿੰਦੂ ਹੈ A, ਇੱਕ ਬਿੰਦੂ ਹੈ B ਔਨ ਦਾ ਪੈਰੀਫਰੀ ਆਫ ਦੀ ਸਰਕਲ। ਸੈਂਟਰ ਤੇ ਵਿੱਚੋਂ ਉਹ ਪਾਸ ਹੋ ਰਿਹਾ ਹੈ। that is the condition, it is the condition that diameter must pass through the center of the circle। ਸਰਕਲ ਦੇ ਸੈਂਟਰ ਵਿੱਚੋਂ ਜੋ ਰੇਖਾ ਪਾਸ ਹੋਊਗੀ ਔਰ A ਤੇ B ਨੂੰ ਮਿਲਾਊਗੀ, ਉਹਨੂੰ ਅਸੀਂ ਕੀ ਕਹਾਂਗੇ? ਡਾਇਮੀਟਰ। ਪੰਜਾਬੀ ਚ ਅਸੀਂ ਇਹਨੂੰ ਕੀ ਕਹਿੰਦੇ ਆ? ਵਿਆਸ ਕਹਿੰਦੇ ਆ। ਰੇਡੀਅਸ ਨੂੰ ਅਸੀਂ ਕੀ ਕਹਿੰਦੇ ਆ? ਅਰਧ ਵਿਆਸ ਕਹਿੰਦੇ ਆ। the line segment that join any point on the circle and passes through its center is called diameter। ਇਹ ਕੰਡੀਸ਼ਨ ਹੈ ਕਿ ਉਹਨੂੰ ਸੈਂਟਰ ਚੋਂ ਪਾਸ ਹੋਣਾ ਪਵੇ। ਠੀਕ ਹੈ ਜੀ। ਔਰ beside this ਡਾਇਮੀਟਰ ਜਿਹੜਾ ਹੈ ਇੱਕ ਸਰਕਲ ਨੂੰ ਦੋ ਪੋਰਸ਼ਨਸ ਦੇ ਵਿੱਚ ਵੰਡ ਦਿੰਦਾ ਹੈ, ਸੈਮੀ ਸਰਕਲ 1 ਐਂਡ ਸੈਮੀ ਸਰਕਲ 2। ਨੈਕਸਟ ਜਿਹੜਾ ਦੇਖੋ ਜੀ, ਨੈਕਸਟ ਦੇਖੋ ਕੀ ਹੈ ਇਹਦੇ ਚ? ਰੇਡੀਆਈ। ਰੇਡੀਆਈ ਤੋਂ ਭਾਵ ਕੀ ਹੈ ਸਾਡਾ? ਇਟ ਇਜ਼ ਪਲੂਰਲ ਆਫ ਰੇਡੀਅਸ। ਪਲੂਰਲ ਆਫ ਰੇਡੀਅਸ ਦਾ ਭਾਵ ਕੀ ਹੈ? ਆਪਾਂ ਰੇਡੀਅਸ ਡਰਾ ਕੀਤਾ, ਜੇ ਫਿਰ ਰੇਡੀਅਸ ਡਰਾ ਕੀਤਾ, ਰੇਡੀਅਸ ਕੀ ਹੈ? ਇਕੁਅਲ ਇਨ ਲੈਂਥ। ਜਿਵੇਂ ਕਿ ਡਰਾਇੰਗ ਵਿੱਚ ਦਿਖਾਇਆ ਗਿਆ ਹੈ, OL ਬਰਾਬਰ ਹੈ OM ਬਰਾਬਰ ਹੈ ON ਬਰਾਬਰ ਹੈ OK। ਇਸੇ ਤਰੀਕੇ ਨਾਲ ਅਸੀਂ ਇਨਫਾਈਨਾਈਟ ਨੰਬਰ ਮੀਨਸ ਅਨੰਤ, ਜੋ ਗਿਣੇ ਨਾ ਜਾ ਸਕਣ, ਉਹਨਾਂ ਰੇਡੀਅਸਿਸ ਨੂੰ ਅਸੀਂ ਡਰਾ ਕਰ ਸਕਦੇ ਹਾਂ। ਠੀਕ ਹੈ ਜੀ। ਤੋ ਆਲਵੇਜ਼ ਯਾਦ ਰੱਖਣਾ ਹੈ ਜੋ ਪੁਆਇੰਟਸ ਨੇ ਉਹ ਕਿੱਥੇ ਹੁੰਦੇ ਨੇ? ਆਲਵੇਜ਼ ਔਨ ਦਾ ਪੈਰੀਫਰੀ ਆਫ ਦੀ ਸਰਕਲ। ਨਾਓ ਕਮ ਟੂ chord। very important is chord। basically chord ਹੈ ਕੀ? ਇਹ ਲਾਈਨ ਸੈਗਮੈਂਟ that join any point on the circle। ਦੇਖੋ, ਸਰਕਲ ਦੇ ਪੈਰੀਫਰੀ ਤੇ ਦੋ ਬਿੰਦੂਜ਼ ਨੂੰ ਜੁਆਇਨ ਜ਼ਰੂਰ ਕਰ ਦਿੱਤਾ ਹੈ ਇੱਕ ਸਟ੍ਰੇਟ ਲਾਈਨ ਨਾਲ। ਠੀਕ ਹੈ ਜੀ। ਪਰ ਸੈਂਟਰ ਚੋਂ ਨਹੀਂ ਪਾਸ ਹੋਏ। ਦੇਖੋ, ਸੈਂਟਰ ਚੋਂ ਨਹੀਂ ਪਾਸ ਹੋਈ। ਜੇ ਸੈਂਟਰ ਚੋਂ ਪਾਸ ਹੋ ਜਾਂਦੀ ਫਿਰ ਕੀ ਬਣ ਜਾਂਦਾ? ਫਿਰ ਉਹ ਬਣ ਜਾਂਦਾ ਡਾਇਮੀਟਰ, ਜਾਂ ਅਸੀਂ ਵਿਆਸ ਕਹਿ ਦਿੰਨੇ ਆ ਉਹਨੂੰ। chord ਕੀ ਹੈ? ਇਹ ਲਾਈਨ ਸੈਗਮੈਂਟ that join the point A and B but not through the center of the circle। center of circle ਤੋਂ ਨਹੀਂ ਪਾਸ ਹੁੰਦੀ। ਇਹ ਕਿੱਥੋਂ ਪਾਸ ਹੁੰਦੀ ਹੈ?
ਕਿਸੇ ਵੀ ਹੋਰ ਪੋਰਸ਼ਨ ਚੋਂ ਪਾਸ ਹੋ ਸਕਦੀ ਹੈ ਪਰ ਸੈਂਟਰ ਚੋਂ ਨਹੀਂ ਪਾਸ ਹੋਊਗੀ, ਉਸ ਨੂੰ ਅਸੀਂ ਕੋਡ ਕਹਾਂਗੇ। A is point on the circle, B is another point on the circle. A line segment that joins any 2 point on the circle is called chord. ਉਹਨੂੰ ਅਸੀਂ ਕੀ ਕਹਾਂਗੇ? ਕੋਡ ਕਹਾਂਗੇ। ਇਹ ਡੈਫੀਨੇਸ਼ਨਾਂ ਕਿਉਂ ਯਾਦ ਰੱਖਣੀਆਂ ਨੇ? ਤੁਸੀਂ ਜਿਉਂ-ਜਿਉਂ ਮੈਂਸੂਰੇਸ਼ਨ ਜਾਂ ਆਪਣਾ ਖੇਤਰ ਮਿਤੀ ਇਹ ਚੀਜ਼ਾਂ ਪੜ੍ਹੋਗੇ ਜਾਂ ਕੋਈ ਵੀ ਕੰਪੀਟੀਸ਼ਨ ਦਿਓਗੇ, ਇਹ ਚੀਜ਼ਾਂ ਸਾਨੂੰ ਕੁਐਸਚਨਾਂ ਦੇ ਅੰਦਰ ਉਹਨਾਂ ਨੇ ਪੁੱਛੀਆਂ ਹੁੰਦੀਆਂ ਨੇ। ਇਹ ਕੋਡ ਹੈਵਿੰਗ ਲੈਂਥ 10 ਸੈਂਟੀਮੀਟਰ, ਸੋ ਯੂ ਕੈਨ ਆਇਡੈਂਟੀਫਾਈ, ਤੁਸੀਂ ਉਹਨੂੰ ਸਮਝ ਸਕਦੇ ਹੋ, ਉਹਦੀ ਟਰਮੀਨੋਲੋਜੀ ਨੂੰ, ਉਹ ਕੁਐਸਚਨਾਂ ਦੀ ਟਰਮੀਨੋਲੋਜੀ ਨੂੰ ਸਮਝਿਆ ਜਾ ਸਕਦਾ ਹੈ। ਹੈਵਿੰਗ ਰੇਡੀਅਸ 10 ਸੈਂਟੀਮੀਟਰ, ਹੈਵਿੰਗ ਡਾਇਆਮੀਟਰ 5 ਸੈਂਟੀਮੀਟਰ, ਦੈਟਸ ਵਾਈ, ਇਸ ਲਈ ਅਸੀਂ ਇਹ ਚੀਜ਼ਾਂ ਪੜ੍ਹ ਰਹੇ ਹਾਂ। ਇਹ ਸਰਕਲ ਹੈਵਿੰਗ ਸੈਂਟਰ O, ਇਹ ਕੀ ਹੈ? ਸਾਨੂੰ ਪਤਾ ਹੋਣਾ ਚਾਹੀਦਾ ਸੈਂਟਰ ਕਿੱਥੇ ਹੈ, ਸਾਨੂੰ ਡਰਾਇੰਗ ਯਾਦ ਹੋਣੀ ਚਾਹੀਦੀ ਹੈ ਕੁਐਸਚਨ ਨੂੰ ਸਮਝਣ ਵਾਸਤੇ ਜੀ। ਹੁਣ ਅੱਗੇ ਦੇਖੋ ਜੀ, ਨੈਕਸਟ ਇਜ਼ ਟੈਂਜੈਂਟ। ਟੈਂਜੈਂਟ ਕੀ ਹੈ? It is a line, एक ऐसी line that intersect, ਕੱਟ ਦਿੰਦੀ ਹੈ ਕਿਹਨੂੰ? the circle ਨੂੰ, that cuts the, intersects the circle exactly at one point on the circle. ਕਿਸ ਬਿੰਦੂ ਤੇ ਕੱਟਿਆ ਹੈ? ਦੇਖੋ ਸਮਝੋ, ਸੈਂਟਰ O, ਇੱਕ ਲਾਈਨ ਪਾਸ ਹੋ ਰਹੀ ਹੈ, ਬਿੰਦੂ ਕਿਹੜੇ ਨੇ? K ਤੇ C, ਠੀਕ ਹੈ ਜੀ। K ਤੇ C ਦੋ ਬਿੰਦੂ ਨੇ, ਇੱਕ ਲਾਈਨ ਪਾਸ ਹੋ ਰਹੀ ਹੈ। ਕਿਹੜੀ ਅੱਛਾ, ਜਿਹੜੀ ਲਾਈਨ ਪਾਸ ਹੋ ਰਹੀ ਹੈ ਅਸੀਂ ਕਿਵੇਂ ਦਿਖਾਇਆ ਉਹਨੂੰ? ਕਿ C ਨਾਲ ਦਿਖਾਇਆ ਹੈ, opposite ਡਾਇਰੈਕਸ਼ਨ, ਜਿੱਥੇ ਆਪਾਂ ਲਿਖਿਆ point of tangency. what is point of tangency? ਜਿੱਥੇ ਟੈਂਜੈਂਟ ਨਿਕਲ ਰਹੀ ਹੈ ਜਾਂ ਇੰਟਰਸੈਕਟ ਕਰ ਰਹੀ ਹੈ। ਕਿਹਨੂੰ ਇੰਟਰਸੈਕਟ ਕਰ ਰਹੀ ਹੈ? ਸਰਕਲ ਨੂੰ ਇੰਟਰਸੈਕਟ ਕਰ ਰਹੀ ਹੈ। this point is called point of tangency. ਫਿਰ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਟੈਂਜੈਂਟਸ ਕਾਫੀ ਅਸੀਂ ਡਰਾ ਕਰ ਸਕਦੇ ਹਾਂ। ਅਸੀਂ ਲਾਈਨ ਸੈਗਮੈਂਟ ਖਿੱਚੀ ਜਾਓ, ਉਸ ਤੋਂ ਬਾਅਦ ਕੀ ਹੈ? ਟੈਂਜੈਂਟ ਡਰਾ ਕਰਦੇ ਰਹੋ। ਟੈਂਜੈਂਟ ਜਾਂ ਇਹ ਕਿੱਥੇ ਕੰਮ ਆਉਂਦਾ ਹੈ? ਅਸੀਂ ਜੇ ਮਕੈਨਿਕਸ ਦੀ ਗੱਲ ਕਰੀਏ, ਫਿਜ਼ਿਕਸ ਦੀ ਗੱਲ ਕਰੀਏ, ਐਪਲੀਕੇਸ਼ਨ ਆਫ ਫਿਜ਼ਿਕਸ ਦੀ ਗੱਲ ਕਰੀਏ, ਉੱਥੇ ਸਾਨੂੰ ਟੈਂਜੈਂਸ਼ਨਲ ਫੋਰਸਿਸ ਨੂੰ ਰੈਜ਼ੋਲਿਊਟ ਕਰਨਾ ਹੁੰਦਾ ਹੈ। ਟੈਂਜੈਂਸ਼ਲੀ ਫੋਰਸਿਸ ਕਿਹੜੇ ਨੇ? ਟੈਂਜੈਂਸ਼ਲੀ ਫੋਰਸਿਸ ਉਹ ਹੁੰਦੇ ਨੇ ਜਿਹੜੇ ਕਿਸੇ ਘੇਰੇ ਤੋਂ ਲੱਗਦੇ ਨੇ, ਘੇਰੇ ਤੋਂ ਟੈਂਜੈਂਟ ਤੌਰ ਤੇ ਅੱਗੇ ਉਹਨਾਂ ਨੂੰ ਰੈਜ਼ੋਲੂਸ਼ਨ ਕੀਤਾ ਜਾਂਦਾ ਹੈ ਉਹਨਾਂ ਦਾ। ਤਾਂ ਕਰਕੇ ਸਾਨੂੰ ਟੈਂਜੈਂਟ ਨਾਲ ਟੈਂਜੈਂਟ ਪੜ੍ਹਾਈ ਜਾਂਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਵੀ ਟੈਂਜੈਂਟ ਹੈ ਕੀ। ਨੈਕਸਟ ਦੇਖੋ ਜੀ, very important is how we can name an arc. arc ਕੀ ਹੈ? ਦੇਖੋ ਆਰਕ ਦਾ ਮਤਲਬ ਕੀ ਹੈ? ਆਰਕ ਹਮੇਸ਼ਾ ਜਦੋਂ ਸਾਡੇ ਸਰਕਲ ਤੇ, ਸਾਡੇ ਘੇਰੇ ਤੇ 3 ਪੁਆਇੰਟਸ, ਅਸੀਂ ਕਿੰਨੇ ਪੁਆਇੰਟ ਲੈਣੇ ਨੇ? 3 ਪੁਆਇੰਟ ਲੈਣੇ ਨੇ, ਉਹਨਾਂ ਨੂੰ ਮਿਲਾ ਦਈਏ ਜੇ, ਉਹ ਜਿਹੜੀ ਮਿਲੀ ਹੋਈ ਸ਼ੇਪ ਸਾਡੇ ਕੋਲੋਂ ਆਉਂਦੀ ਹੈ, that is arc. ਉਹ ਸਾਡੀ ਕੀ ਹੁੰਦੀ ਹੈ? ਆਰਕ ਹੁੰਦੀ ਹੈ। an arc is named by 3 points. ਇਹ ਜ਼ਰੂਰੀ ਹੈ, it is condition. ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ KL, ਨੋ, ਸਾਨੂੰ ਲਿਖਣਾ ਪਊਗਾ KXL, ਜਿਵੇਂ ਕਿ ਡਰਾਇੰਗ ਵਿੱਚ ਦਿਖਾਇਆ ਗਿਆ ਹੈ। ਜਿਵੇਂ ਕਿ ਡਰਾਇੰਗ ਵਿੱਚ ਦਿਖਾਇਆ ਗਿਆ ਹੈ। ਆਰਕ ਕਿਹੜੀ ਹੈ? KXL। 2 ਨਾਲ ਨਹੀਂ, ਅਸੀਂ 2 ਪੁਆਇੰਟਾਂ ਨਾਲ ਨਹੀਂ ਦੱਸ ਸਕਦੇ ਇਹਨੂੰ। an arc named by 3 point, out of which 2 are at the end points of arc and third one lies in between them. K ਕੀ ਹੈ? end point ਹੈ। L ਕੀ ਹੈ? end point ਹੈ। X ਕੀ ਹੈ? ਸਾਡਾ mid point।
KXL ਕੀ ਬਣ ਗਈ ਸਾਡੀ? ਆਰਕ ਬਣ ਗਈ। ਅਸੀਂ ਇਹਨੂੰ ਐ ਨਾਮ ਦੇਵਾਂਗੇ, ਇਟ ਇਜ਼ ਆਰ ਆਰਕ। ਫਿਰ ਅਸੀਂ ਕਿਉਂ ਪੜ੍ਹਦੇ ਆ ਇਹਨੂੰ? when we want to find out the area of sector। ਮੰਨ ਲਓ ਅਸੀਂ ਕਿਸੇ ਸੈਕਟਰ ਦਾ ਏਰੀਆ ਪਤਾ ਕਰਨਾ ਹੈ, ਸਰਕਲ ਦਾ ਹੀ ਇੱਕ ਪੋਰਸ਼ਨ ਹੈ ਜੋ ਸਾਡਾ ਸੈਕਟਰ ਹੈ। ਸੈਕਟਰ ਕੀ ਹੈ? ਜਿਸ ਤਰ੍ਹਾਂ ਇੱਕ ਸੇਬ ਹੈ, ਅਸੀਂ ਸੇਬ ਦੀ ਇੱਕ ਫਾੜੀ ਕੱਢ ਲਈਏ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਉਹਨੂੰ ਸੈਕਟਰ ਕਹਿ ਦਿੰਦੇ ਆ। ਉਹ ਫਿਰ ਕੀ ਹੈ? ਸੈਂਟਰ ਤੇ ਕਿੰਨਾ ਐਂਗਲ ਬਣਾਉਂਦਾ ਹੈ। ਉੱਥੇ ਅਸੀਂ ਮਾਈਨਰ ਆਰਕ ਦੀ ਗੱਲ ਕਰਦੇ ਹਾਂ ਤੇ ਮੇਜਰ ਆਰਕ ਦੀ ਗੱਲ ਕਰਦੇ ਹਾਂ। ਹੁਣ ਅਸੀਂ ਇਹ ਦੇਖਾਂਗੇ ਵੀ ਇਹ ਦੋਨੋਂ ਚੀਜ਼ਾਂ ਕੀ ਨੇ, ਮਾਈਨਰ ਤੇ ਮੇਜਰ। ਲਓ ਆ ਦੇਖੋ, ਐਨ ਆਰਕ ਡਿਵਾਈਡ ਦਾ ਸਰਕਲ। ਇੱਕ ਸਰਕਲ, ਇੱਕ ਘੇਰੇ ਨੂੰ ਦੋ ਭਾਗਾਂ 'ਚ ਜਦੋਂ ਅਸੀਂ ਵੰਡ ਦਈਏ, ਐਨ ਆਰਕ ਡਿਵਾਈਡ ਦਾ ਸਰਕਲ ਇਨ ਟੂ ਪਾਰਟਸ, ਉਹਨੂੰ ਆਪਾਂ ਕੀ ਕਹਾਂਗੇ? one is called minor arc and larger one is called major arc। ਕਿਵੇਂ? ਦੇਖੋ ਇਹਨੂੰ ਆਪਾਂ ਦੇਖਦੇ ਹਾਂ ਧਿਆਨ ਨਾਲ। ਡਰਾਇੰਗ KXL, ਇਹ ਕੀ ਹੈ? ਇਹ ਕੀ ਹੈ ਸਾਡੀ? ਮਾਈਨਰ ਆਰਕ। ਪਰ KYL ਕੀ ਹੈ? ਸਾਡੀ ਮੇਜਰ ਆਰਕ ਹੈ। ਇਹ ਨਾ ਹੋਵੇ ਕਿ ਤੁਹਾਨੂੰ ਪਤਾ ਤਾਂ ਹੋਵੇ ਕਿ ਤੁਸੀਂ ਮਾਈਨਰ ਆਰਕ ਦੀ ਗੱਲ ਕਰ ਰਹੇ ਹੋ KXL, ਪਰ ਤੁਹਾਨੂੰ ਮੇਜਰ ਆਰਕ ਬਾਰੇ ਨਾ ਪਤਾ ਹੋਵੇ। ਠੀਕ ਹੈ, ਸੋ ਅਸੀਂ ਕਿਵੇਂ ਧਿਆਨ ਰੱਖਣਾ ਹੈ? ਜੋ ਛੋਟੀ ਆਰਕ ਹੋਊਗੀ ਉਹਦਾ ਸਰਕਮਫਰੈਂਸ ਦੇਖੋ ਤੁਸੀਂ, KXL ਛੋਟੀ ਹੈ, ਥੋੜਾ ਘੱਟ ਹੈ, KYL ਕੀ ਹੈ? ਵੱਡਾ ਹੈ। ਠੀਕ ਹੈ ਜੀ। ਅੱਛਾ, ਇਹ ਕੰਮ ਕਿੱਥੇ ਆਉਂਦਾ ਹੈ? ਸਰਕਲ ਦਾ ਇੱਕ ਪਾਰਟ ਹੈ, ਕਿਹੜਾ? ਐਲਿਪਸ। ਜੇ ਅਸੀਂ ਐਲਿਪਸ ਦੀ ਗੱਲ ਕਰੀਏ, ਸਰਕਲ ਦਾ ਹੀ ਪਾਰਟ, ਉਹਦੇ ਵਿੱਚ ਕੀ ਹੈ? ਅਸੀਂ ਗੱਲ ਕੀ ਕਰਦੇ ਹਾਂ? ਮੇਜਰ ਤੇ ਮਾਈਨਰ ਐਕਸਿਸ ਦੀ। ਫਿਰ ਉੱਥੇ ਕੀ ਗੱਲ ਕਰਦੇ ਹਾਂ? ਅਸੀਂ ਆਰਕਸ ਦੀ ਗੱਲ ਕਰਦੇ। ਸੋ ਸਰਕਲ ਦਾ ਇੱਕ ਪਾਰਟ ਕੀ ਹੈ? ਐਲਿਪਸ ਹੈ। ਐਲਿਪਸ ਕਿੱਥੇ ਯੂਜ਼ ਹੁੰਦਾ ਹੈ? ਐਲਿਪਸ ਅਸੀਂ ਯੂਜ਼ ਕਰਦੇ ਹਾਂ ਜਦੋਂ ਅਸੀਂ ਐਸਟਰੋਨੋਮੀ ਦੀਆਂ ਕੈਲਕੂਲੇਸ਼ਨਾਂ ਕਰਨੀਆਂ ਨੇ, ਜਦੋਂ ਅਸੀਂ ਡਿਜ਼ਾਈਨ ਕਰਨਾ ਡਿਫੈਂਸ ਵਿੱਚ, ਉੱਥੇ ਯੂਜ਼ ਹੁੰਦੇ ਨੇ ਇਹ ਚੀਜ਼ਾਂ। ਉੱਥੇ ਸਾਨੂੰ ਇਹ ਸਾਰੀ ਚੀਜ਼ਾਂ ਫਾਈਂਡ ਆਊਟ, ਇਹ ਟਰਮੋਲੋਜੀ ਪਤਾ ਸਾਨੂੰ ਚਾਹੀਦੀ ਹੈ। ਨੈਕਸਟ ਆਪਣਾ ਕੀ ਹੈ? ਹੁਣ ਅਸੀਂ ਆ ਜਾਂਦੇ ਹਾਂ ਇਹਨਾਂ ਤੋਂ ਬਾਅਦ। ਦੇਖੋ ਕੀ ਪਤਾ ਕੀਤਾ ਅਸੀਂ? ਪਹਿਲਾਂ ਸੈਂਟਰ ਪੁੱਛਿਆ, ਫਿਰ ਕੀ ਪਤਾ ਕੀਤਾ? ਰੇਡੀਅਸ, ਫਿਰ ਕੀ ਪਤਾ ਕੀਤਾ? ਡਾਇਆਮੀਟਰ, ਫਿਰ ਕੀ ਪਤਾ ਕੀਤਾ? ਕੌਰਡ, ਫਿਰ ਕੀ ਪਤਾ ਕੀਤਾ? ਟੈਂਜੈਂਟ। ਆਫਟਰ ਦੈਟ ਅਸੀਂ ਆਰਕ ਦੱਸੀ, ਆਰਕ ਤੋਂ ਬਾਅਦ ਮਾਈਨਰ, ਫਿਰ ਮੇਜਰ। ਹੁਣ ਕਮ ਟੂ ਦੀ ਜੋ ਟੌਪਿਕ ਹੈ, ਕੀ ਹੈ ਕਿ ਏਰੀਆ ਕਿੰਨਾ ਹੋਊਗਾ, ਖੇਤਰਫਲ ਕਿੰਨਾ ਹੋਊਗਾ ਸਰਕਲ ਦਾ। ਦੇਖੋ ਸਰਕਲ ਦਾ ਜੋ ਖੇਤਰਫਲ ਹੈ ਔਰ ਪੈਰੀਮੀਟਰ ਹੈ, ਦੋਨੋਂ ਹੀ ਅਸੀਂ ਦੱਸਾਂਗੇ ਇੱਥੇ। ਦੇਖੋ ਖੇਤਰਫਲ ਕੀ ਹੈ ਘੇਰੇ ਦਾ? A ਬਰਾਬਰ ਹੈ ਪਾਈ R ਸਕੁਅਰ। ਇਹ ਕੀ ਹੈ? ਸਾਡਾ ਖੇਤਰਫਲ ਹੈ। R ਕੀ ਹੈ? ਸਾਡਾ ਰੇਡੀਅਸ ਹੈ। ਰੇਡੀਅਸ ਨੂੰ ਅਸੀਂ ਕੀ ਕਹਿੰਦੇ ਆ? ਅਰਧ ਵਿਆਸ ਕਹਿੰਦੇ ਆ। ਜੇ ਅਸੀਂ ਪਾਈ ਕੀ ਹੈ? ਸਾਡਾ ਇਜ਼ ਅ ਗ੍ਰੀਕ ਲੈਟਰ, ਜਿਹਦੀ ਵੈਲਿਊ ਕਿੰਨੀ ਹੈ? 3.14। ਜਾਂ ਅਸੀਂ ਇਹਨੂੰ ਕਿੰਨਾ ਲਿਖ ਦਿੰਦੇ ਆ? 22/7 ਵੀ ਲਿਖ ਦਿੰਦੇ ਆ ਅਸੀਂ। तो R की है साडा अर्ध व्यास। A बराबर है पाई गुणा R गुणा R। A की बन गया साडा? सर्कल दा खेत्रफल बन गया। पाई टाइम्स द रेडियस स्क्वायर्ड इज कॉल्ड एरिया ऑफ सर्कल। सपोज दैट अगर आपां नूं रेडियस नहीं दिता, क्वेश्चन चों कहंदा डायमीटर ले लो, फिर की होऊगा? आपां नूं व्यास देता भी खेत्रफल कड्डो जी, ਅਸੀਂ व्यास ਦਿੱਤਾ 14 सेंटीमीटर, डायमीटर देता ਤਾਂ किस तरह ਕੱਢਾਂਗੇ? A इज इक्वल टू π/4 कर देना बस। देखो समझो गल, R स्क्वायर है ना, ठीक है जी। R बराबर ਆਪਾਂ ਨੇ D ਚ ਕਨਵਰਟ ਕਰਨਾ ਉਹਨੂੰ π/4। R बराबर D/2। D/2 ਹੀ ਹੋਊਗਾ ਨਾ, ਅੱਧਾ ਹੈ ਤਾਂ ਕਿੰਨਾ ਬਣ ਗਿਆ? π/4 ਗੁਣਾ D स्क्वायर। यही अगले जो PPTs ने उन्हां च भी यही दिखाया गया। देखो
ਹੁਣ ਆਪਾਂ ਇਹਨੂੰ ਸਰਕਲ ਦੇ ਖੇਤਰ ਨੂੰ ਹੋਰ ਤਰ੍ਹਾਂ ਡਿਫਾਈਨ ਕਰਦੇ ਆ। ਹੋਰ ਤਰ੍ਹਾਂ ਕਿਵੇਂ ਡਿਫਾਈਨ ਕਰਦੇ ਆ? ਆਪਾਂ ਮੰਨ ਕੇ ਚੱਲਦੇ ਆ ਵੀ ਸਰਕਲ ਨੂੰ ਆਪਾਂ ਕੱਟਿਆ ਕਿਵੇਂ? ਜਿਵੇਂ ਪੀਸਿਸ ਕਰ ਲੈਂਦੇ ਆ। ਇੱਕ ਸੇਬ ਲਿੱਤਾ, ਚਾਕੂ ਨਾਲ ਉਹਦੇ ਫਾੜੀਆਂ ਕੱਟ ਲੀਆਂ, ਆ ਦੇਖੋ ਇਸ ਤਰ੍ਹਾਂ ਆਪਾਂ ਨੇ ਕੱਟ ਕੇ ਉਹਨਾਂ ਨੂੰ ਅਰੇਂਜ ਕਰਕੇ, ਰਿਜ਼ੈਂਬਲ ਕਰਕੇ, ਇਕੱਠਾ ਲਾ ਕੇ ਪੈਰਲੋਗ੍ਰਾਮ ਸ਼ੇਪ 'ਚ ਰੱਖਤਾ। ਇਕੁਅਲ ਸਾਈਜ਼ਡ ਸੈਕਟਰਸ, ਆ ਸੈਕਟਰ ਨੇ, ਛੋਟੇ ਛੋਟੇ ਜੋ ਫਾੜੀਆਂ ਕੱਟੀਆਂ ਨੇ ਉਹ ਕੀ ਨੇ? ਸਾਡੇ ਸੈਕਟਰ ਨੇ। ਆਪਾਂ ਨੇ ਕੀ ਕੀਤਾ? ਇਹਨਾਂ ਨੂੰ ਫਾੜੀਆਂ ਨੂੰ ਕੱਢਿਆ, ਦੇਖੋ ਯੈਲੋ ਅੱਡ ਹੈ, ਰੈੱਡ ਅੱਡ ਹੈ, ਠੀਕ ਹੈ ਜੀ। ਉਹ ਪੀਸਿਸ ਨੂੰ ਇੱਕ ਇਸ ਤਰ੍ਹਾਂ ਲਗਾਤਾ। ਲਗਾਉਣ ਦੇ ਬਾਅਦ ਜੋ ਅਰੇਂਜਮੈਂਟ ਪ੍ਰਾਪਤ ਹੋਇਆ ਉਹ ਕਾਹਦਾ ਪ੍ਰਾਪਤ ਹੋਇਆ? ਪੈਰਲੋਗ੍ਰਾਮ ਦਾ, ਠੀਕ ਹੈ ਜੀ। ਪੈਰਲੋਗ੍ਰਾਮ ਦਾ ਸਾਨੂੰ ਪਤਾ ਲੱਗ ਗਿਆ ਵੀ ਇਹ ਪੈਰਲੋਗ੍ਰਾਮ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਪੈਰਲੋਗ੍ਰਾਮ ਦਾ ਜੋ ਏਰੀਆ ਹੁੰਦਾ ਹੈ ਉਹ ਬਰਾਬਰ ਕਿਹਦੇ ਹੁੰਦਾ ਹੈ? ਬੇਸ ਗੁਣਾ ਹਾਈਟ ਦੇ ਹੁੰਦਾ ਜੀ। ਉਹ ਵੀ ਕਲੋਜ਼ਡ ਕਰਵ ਹੈ, ਇਹ ਵੀ ਕਲੋਜ਼ਡ ਕਰਵ ਹੈ, ਠੀਕ ਹੈ ਜੀ। ਆਪਾਂ ਨੇ ਕੀ ਕੀਤਾ? ਏਰੀਆ ਬਰਾਬਰ b into h ਕਰਤਾ। ਹੁਣ ਏਰੀਆ ਬਰਾਬਰ 1/2 c ਕੀ ਹੈ? ਸਮਝੋਗਾ, ਆ ਲਓ ਜੇ ਡਰਾਇੰਗ ਦੇਖੋ ਤੁਸੀਂ ਧਿਆਨ ਨਾਲ, ਦੇਖੋ ਟੋਟਲ ਘੇਰੇ ਦਾ ਜੋ ਸਰਕਮਫਰੈਂਸ ਹੈ ਉਹ ਕਿੰਨਾ? c ਹੈ। ਲੈਟ ਇਟ ਬੀ c। ਆਪਾਂ ਮੰਨਦੇ ਆ ਵੀ ਘੇਰਾ ਜਿਹੜਾ ਹੈਗਾ ਉਹਦਾ ਪਰਿਮਾਪ ਕਿੰਨਾ ਹੈ? c ਹੈ। ਤਾਂ ਸੈਮੀ ਸਰਕਲ ਜਾਂ ਅੱਧੇ ਘੇਰੇ ਦਾ ਕਿੰਨਾ ਹੋਇਆ? ਅੱਧੇ ਘੇਰੇ ਦਾ ਕਿੰਨਾ ਹੋਇਆ? ਹਾਫ ਕਰ ਦੋ, ਪੈਰੀਮੀਟਰ ਬਟਾ 2, ਯਾਨੀ ਕਿ 1/2 c। 1/2 c ਆ ਗਿਆ ਨਾ ਜੀ, 1/2 c ਆ ਗਿਆ। ਆ ਦੇਖੋ ਉਹੀ ਆਪਾਂ ਇੱਥੇ ਦਿਖਾਇਆ, ਦੇਖੋ ਇਹਦਾ ਬੇਸ ਬਣ ਗਿਆ ਜੀ ਇਹ 1/2 c ਪੈਰਲੋਗ੍ਰਾਮ ਦਾ, ਠੀਕ ਹੈ ਜੀ। ਜੋ ਇਹਦਾ ਰੇਡੀਅਸ ਹੈ ਉਹਦੀ ਕੀ ਬਣ ਗਈ? ਹਾਈਟ ਬਣ ਗਈ। ਜੋ ਉਹਦਾ ਰੇਡੀਅਸ ਹੈ ਉਹ ਕੀ ਬਣ ਗਈ? ਇਹਦੀ ਹਾਈਟ ਬਣ ਗਈ। ਤਾਂ a ਬਰਾਬਰ ਕਿਹਦੇ ਹੈ? b ਗੁਣਾ h ਦੇ। a ਬਰਾਬਰ 1/2, b ਕਿੰਨਾ ਹੋਇਆ? ਆ ਦੇਖੋ b ਬ੍ਰੈਡਥ ਕਿੰਨੀ ਹੋਈ? ਆ 1/2 c ਮਲਟੀਪਲਾਈ ਕਿਹਦੇ ਨਾਲ ਕਰ ਦਾਂਗੇ ਆਪਾਂ? r ਨਾਲ। r ਨਾਲ, ਆ ਦੇਖੋ ਇਸ r ਨਾਲ 1/2 c ਮਲਟੀਪਲਾਈਡ ਬਾਏ r, ਠੀਕ ਹੈ ਜੀ। ਹੁਣ ਇੱਥੇ ਸਮਝੋ ਗੱਲ, what is circumference of a circle? ਸਰਕਲ ਦਾ ਜੋ ਸਰਕਮਫਰੈਂਸ ਹੈ ਉਹ ਕਿੰਨਾ ਹੁੰਦਾ ਹੈ? we know it is 2 pi r। ਆਪਾਂ ਨੂੰ ਪਤਾ ਕਿੰਨਾ ਹੁੰਦਾ ਜੀ? ਇਹ 2 pi r ਹੁੰਦਾ। ਆਪਾਂ ਕੀ ਕੀਤਾ? ਜਿਵੇਂ ਕਿ ਇਹਦੇ ਵਿੱਚ ਵੀ ਦੱਸਿਆ, since c is equal to 2 pi r, a is equal to 1/2, 1/2 ਤਾਂ as it is ਪੁੱਟ ਕਰ ਲਿਆ, c ਦੀ ਜਗ੍ਹਾ ਕੀ ਕਰ ਲਿਆ ਜੀ? 2 pi r ਲਿਖ ਲਿਆ ਜੀ। 2 ਨਾਲ 2 ਕੈਂਸਲ ਹੋ ਗਿਆ। ਦੇਖੋ ਦੈਨ ਫਿਰ ਅਸੀਂ ਉਹ ਕੀ ਰਿਜ਼ਲਟ ਪ੍ਰਾਪਤ ਕੀਤਾ? pi r ਸਕੁਅਰ, ਠੀਕ ਹੈ ਨਾ ਜੀ। ਰਿਜ਼ਲਟ ਉਹੀ ਲਿੱਤਾ ਹੈ ਲੇਕਿਨ ਇੱਕ ਡਿਫਰੈਂਟ ਵੇ ਹੈ। ਡਿਫਰੈਂਟ ਵੇ ਨਾਲ ਦੱਸਿਆ ਮੈਂ ਤੁਹਾਨੂੰ ਕਿ ਇਸ ਤਰੀਕੇ ਨਾਲ ਵੀ ਅਸੀਂ ਏਰੀਆ ਆਫ ਸਰਕਲ ਪਤਾ ਕਰ, ਠੀਕ ਹੈ ਜੀ। ਇਸ ਤੋਂ ਬਾਅਦ ਕੀ ਹੈ ਜੀ? ਏਰੀਆ ਆਫ ਸਰਕਲ ਅਸੀਂ ਇੱਕ ਹੋਰ ਤਰੀਕੇ ਨਾਲ ਵੀ ਪਤਾ ਕਰ ਸਕਦੇ ਹਾਂ ਜੀ। ਡਰਾਇੰਗ ਮੁਤਾਬਕ ਦੇਖੋ r ਕਿੰਨਾ ਜੀ? ਆਪਣਾ ਡਰਾਇੰਗ ਦੇ ਵਿੱਚ ਦਿਖਾਇਆ ਗਿਆ ਹੈ, ਡਰਾਇੰਗ 'ਚ ਦਿਖਾਇਆ ਗਿਆ ਹੈ r। ਆ ਦੇਖੋ ਜੀ, the area A of circle is the product of pi r multiplied by r, ठीक है जी। so it is a product, कादी प्रोडक्ट है? pi into r। नेक्स्ट की है जी, एक ਇਹਦੇ ਚ ਹੋਰ ਗੱਲ ਐਡ ਕਰ ਲਓ ਕਿ ਜੋ ਦਾ ਸਰਕਮਫਰੈਂਸ ਹੈ ਉਹ ਕੀ ਹੈ? 2 pi r। ਇਹ ਵੀ ਨੋਟ ਕਰ ਲਓ। ਹੁਣ ਆਪਾਂ ਇਹ ਕੁਐਸਚਨ ਕਰਾਂਗੇ ਇਹਦੇ ਨਾਲ ਦੇ ਰਿਲੇਟਡ ਕੁਐਸਚਨਸ। ਫਾਈਂਡ ਦਾ ਏਰੀਆ ਆਫ ਸਰਕਲ ਟੂ ਦਾ ਨੀਅਰੈਸਟ 10th, ਯੂਜ਼ 3.14 ਫॉर pi। ਦੇਖੋ ਉਹਨੇ ਕੀ ਕਿਹਾ ਹੈ, ਉਹੀ ਟਰਮੀਨੋਲੋਜੀ ਸਮਝਣ ਵਾਲੀ ਗੱਲ ਹੈ। ਕਹਿੰਦੇ ਖੇਤਰਫਲ ਪਤਾ ਕਰਨਾ ਆਪਾਂ, ਏਰੀਆ ਸਰਕਲ ਦਾ ਪਤਾ ਕਰਨਾ ਹੈ ਜੀ, ਨੀਅਰੈਸਟ ਟੂ 10th।
ठीक है जी। उन्होंने सानू जो ड्राइंग विच रेडियस दिता है वो कितना दिता है 7 सेंटीमीटर दिता है जी, रेडियस देता। ਤਾਂ ਏਰੀਆ ਬਰਾਬਰ ਕਿਹਦੇ ਆ ਗਿਆ ਪਾਈ ਆਰ ਸਕੁਅਰ, ਆਪਾਂ ਨੂੰ ਪਤਾ ਫਾਰਮੂਲਾ ਇਹ ਹੁੰਦਾ ਠੀਕ ਹੈ ਜੀ। तो ਪਾਈ ਬਰਾਬਰ ਕਿਹਦੇ ਲੈ ਲਿਆ, ਉਹਨੇ ਕਿਹਾ ਵੀ 3.14 ਲੈਣਾ ਹੈ। ਆ ਦੇਖੋ ਜੀ 3.14 ਲੈ ਲਿਆ ਜੀ ਆਪਾਂ, 3.14 ਮਲਟੀਪਲਾਈਡ ਬਾय 7 ਮਲਟੀਪਲਾਈਡ ਬਾय 7, ਆਰ ਦੀ ਜਗ੍ਹਾ ਆਪਾਂ ਕੀ ਪੁੱਟ ਕਰਤਾ 7 ਪੁੱਟ ਕਰਤਾ ਜੀ, 7 ਮਲਟੀਪਲਾਈਡ ਬਾय 7 ਠੀਕ ਹੈ ਜੀ। 49 ਮਲਟੀਪਲਾਈਡ ਬਾय 3.14 ਜਦੋਂ ਅਸੀਂ ਗੁਣਾ ਕਰਾਂਗੇ ਸਾਡੇ ਕੋਲ 153.86 ਤਾਂ ਆ ਜਾਊਗਾ। ਪਰ ਇੱਥੇ ਯਾਦ ਇਹ ਰੱਖਣਾ ਹੈ ਇਸ ਤਰ੍ਹਾਂ ਦੀ ਜੋ ਡੈਸੀਮਲ ਦੀ ਗੁਣਾ ਕਰਨੀ ਹੁੰਦੀ ਹੈ ਉਹਨੂੰ ਸਿੰਪਲੀਫਾਈ ਕਰ ਲਿਆ ਕਰੋ। ਉਹ ਕਿਸ ਤਰ੍ਹਾਂ, ਜਿਵੇਂ 3.14 ਹੈ ਡਿਵਾਈਡ ਕਰ ਦੋ 100 ਨਾਲ, ਡੈਸੀਮਲ ਹਟਾਇਆ नीचे 2 बिंदियां लाती हैं ठीक है। आ सिंबल जो है ये मल्टीप्लिकेशन ਦਾ ਹੈ सिंबल, 3.14 गुणा 49 ਲਾ ਦੋ। ਜਾਂ ਇੱਕ ਹੋਰ ਵਧੀਆ ਤਰੀਕਾ ਜੇ ਨਾ ਦੇਵੇ, ਮਤਲਬ ਆਪਾਂ ਨੂੰ ਪਾਈ ਦੀ ਵੈਲਿਊ ਨਹੀਂ ਦਿੱਤੀ ਹੈਗੀ ਇਹਨੇ, 3.14 ਨਹੀਂ ਦਿੱਤਾ ਤਾਂ ਆਪਾਂ ਕੀ ਯੂਜ਼ ਕਰ ਸਕਦੇ ਆ, ਆਪਾਂ 22/7 ਯੂਜ਼ ਕਰ ਲਓ। 22/7 ਯੂਜ਼ ਕਰਾਂਗੇ ਜੇ ਤਾਂ 22/7 ਮਲਟੀਪਲਾਈਡ ਬਾय 7 ਗੁਣਾ 7, 7 ਨਾਲ 7 ਕੱਟ ਜਾਏਗਾ, ਫਿਰ ਉਹੀ ਰਕਮ ਸਾਨੂੰ ਉਹੀ ਆਨਸਰ ਮਿਲ ਜਾਏਗਾ। ਸੋ ਡਿਪੈਂਡ ਕਰਦਾ ਹੈ, ਜੇ ਉਹਨੇ ਕਹਿ ਹੀ ਦਿੱਤਾ ਵੀ 3.14 ਯੂਜ਼ ਕਰੋ ਆਪਾਂ ਉਸ ਤਰ੍ਹਾਂ ਕਰ ਲਾਂਗੇ ਠੀਕ ਹੈ ਜੀ। ਅੱਛਾ ਇਹਨੇ ਇੱਕ ਗੱਲ ਕਹੀ ਹੈ ਵੀ ਨੀਅਰੈਸਟ 10th, ਕਹਿਣ ਦਾ ਭਾਵ ਕੀ ਹੈ, ਦੇਖੋ ਕਿੰਨਾ ਆਇਆ 153.86 ਆ ਗਿਆ ਨਾ, ਤਾਂ ਦੇਖੋ ਡੈਸੀਮਲ ਤੋਂ ਪਹਿਲਾਂ ਵਾਲੀ ਵੈਲਿਊ ਜਿਹੜੀ ਆ ਵੈਲਿਊ ਹੈ 153, ਇਹਨੂੰ ਅਸੀਂ ਇੰਟੀਗਰਲ ਵੈਲਿਊ ਕਹਿੰਦੇ ਆ। ਜੋ ਡੈਸੀਮਲ ਤੋਂ ਬਾਅਦ ਵਾਲੀ ਵੈਲਿਊ ਹੈ ਉਹਨੂੰ ਅਸੀਂ ਕੀ ਕਹਿੰਦੇ ਆ, ਡੈਸੀਮਲ ਪਾਰਟ ਆਫ ਦੀ ਹੋਲ ਡਿਜਿਟ ਠੀਕ ਹੈ। ਦੋ ਗੱਲਾਂ ਨੇ, ਇੰਟੀਗਰਲ ਪਾਰਟ, ਡੈਸੀਮਲ ਪਾਰਟ। ਹੁਣ ਡੈਸੀਮਲ ਪਾਰਟ ਕਿੰਨਾ ਹੈ 0.86 ਹੈ, ਪਰ 0.86 ਕਾਹਦਾ ਹੈ 0.5 ਤੋਂ ਜ਼ਿਆਦਾ ਹੋ ਗਿਆ ਹੈ। ਜੇ 0.5 ਤੋਂ ਜ਼ਿਆਦਾ ਹੋ ਗਿਆ ਤਾਂ ਆਪਾਂ ਇਹਨੂੰ 9 ਲਿਖ ਸਕਦੇ ਹਾਂ। ਸੋ ਅਸੀਂ ਇਹਨੂੰ ਕੀ ਕਰਤਾ, ਇਹਨੂੰ ਆਪਾਂ 9 ਲਿਖ ਦਾਂਗੇ, 153.9 ਰਾਉਂਡ ਆਫ ਕਰਤਾ, ਇਹਨੂੰ ਆਪਾਂ ਰਾਉਂਡਿੰਗ ਆਫ ਦਾ ਡਿਜਿਟਸ ਕਹਿੰਦੇ ਆ ਠੀਕ ਹੈ ਜੀ। ਨੈਕਸਟ ਦੇਖੋ ਜੀ, ਲਓ ਹੁਣ ਪ੍ਰੈਕਟੀਕਲ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ। ਵਾਟ ਇਜ਼ ਐਪਲੀਕੇਸ਼ਨ ਆਫ, ਆਪਾਂ ਪਤਾ ਕਰ ਲਿਆ ਸਰਕਲ, ਆਪਾਂ ਨੂੰ ਉਹਦਾ ਜੋ ਫਾਰਮੂਲਾ ਸੀ ਉਹ ਵੀ ਪਤਾ ਲੱਗ ਗਿਆ। ਹੁਣ ਇਹਨੂੰ ਐਪਲੀਕੇਸ਼ਨ ਚ ਕਿਵੇਂ ਲੈ ਕੇ ਆਵਾਂਗੇ। ਪਾਰਕ ਇੰਪਲਾਈਜ਼, ਕੋਈ ਇੰਪਲਾਈਜ਼ ਨੇ, ਪਾਰਕ ਮਤਲਬ ਜਿਸ ਘੁੰਮਣ ਵਾਲਾ ਪਾਰਕ, ਆਰ ਫਿਟਿੰਗ ਏ ਟੌਪ ਕਵਰ ਓਵਰ ਸਰਕੂਲਰ ਡਰੇਨ ਇਨ ਦਾ ਪਾਰਕ। ਡਰੇਨ ਕੀ ਹੁੰਦਾ ਹੈ, ਜਿੱਥੋਂ ਗੰਦ ਵਗੈਰਾ ਨਿਕਲਦਾ ਹੈ, ਡਰੇਨ ਸਰਕੂਲਰ ਡਰੇਨ ਹੈ, ਉਹਦਾ ਕਵਰ, ਉਹਦਾ ਕਵਰ ਕੀ ਹੈ ਲਗਾਉਣਾ ਹੈ ਆਪਾਂ, ਉਹ ਫਿੱਟ ਕਰ ਰਹੇ ਨੇ। ਪਾਰਕ ਇੰਪਲਾਈਜ਼ ਆਰ ਫਿਟਿੰਗ ਏ ਟੌਪ ਕਵਰ ਆਫ ਸਰਕੂਲਰ ਡਰੇਨ ਇਨ ਏ ਪਾਰਕ ਠੀਕ ਹੈ ਜੀ। ਕਹਿੰਦਾ ਅਗਰ ਰੇਡੀਅਸ, ਇਫ ਦਾ ਰੇਡੀਅਸ ਆਫ ਦੀ ਡਰੇਨ ਇਜ਼ 14 ਇੰਚ, ਮੰਨ ਕੇ ਚੱਲਦੇ ਆ ਵੀ ਰੇਡੀਅਸ ਕਿੰਨਾ ਦਿੱਤਾ ਹੈ ਡਰੇਨ ਦਾ, ਡਰੇਨ ਮਤਲਬ ਜਿੱਥੋਂ ਨਿਕਲੇਗਾ ਉਹਦੇ ਉੱਪਰ ਕਵਰ ਲਾਉਣਾ ਆਪਾਂ, ਜਿੱਥੋਂ ਕੁਝ ਵੀ ਗੰਦ ਨਿਕਲੇਗਾ ਉਹਦਾ ਜੋ ਉਹਦਾ ਰੇਡੀਅਸ ਦੇਤਾ ਇਹਨਾਂ ਨੇ 14 ਇੰਚ ਦੇਤਾ ਜੀ। ਵਾਟ ਇਜ਼ ਦ ਏਰੀਆ ਆਫ ਦੀ ਟੌਪ ਕਵਰ ਹੈ ਨਾ ਜੀ। ਕਿਵੇਂ ਉਹਨੂੰ ਕਵਰ ਕਿਵੇਂ ਕਰਾਂਗੇ ਆਪਾਂ, ਢੱਕਣਾ ਹੈ ਉਹਨੂੰ। use 22/7 for ਪਾਈ। ਇੱਥੇ ਦੇਖੋ ਉਹਨੇ ਕੀ ਲਿਖਤਾ, ਕਹਿੰਦਾ 22/7 ਲੈ ਲਓ ਜੀ ਪਾਈ ਲਈ। ਉੱਥੇ 3.14 ਯੂਜ਼ ਕੀਤਾ ਸੀ ਪਿਛਲੇ ਕੁਐਸਚਨ ਚ ਆਪਾਂ, ਇੱਥੇ ਆਪਾਂ ਕੀ ਯੂਜ਼ ਕਰ ਰਹੇ ਹਾਂ 22/7 ਲੈ ਰਹੇ ਹਾਂ। ਹੈ ਕੀ ਸਮਝੋ, ਕੁਐਸਚਨ ਇੱਕ ਡਰੇਨ ਹੈ, ਉਹ ਡਰੇਨ ਚੋਂ ਉਹਨੂੰ ਆਪਾਂ ਕਲੋਜ਼ ਕਰਨਾ ਹੈ, ਉੱਥੇ ਟੋਪ ਕਵਰ ਲਗਾਉਣਾ ਹੈ। ਸਾਨੂੰ ਡਰੇਨ ਦਾ ਡਾਇਆਮੀਟਰ ਦਿੱਤਾ, ਕਿੰਨਾ ਦਿੱਤਾ 14 ਸੈਂਟੀਮੀਟਰ ਦਿੱਤਾ। ਫਾਰਮੂਲਾ ਉਹੀ ਹੈ, ਸਿੰਪਲ ਹੈ, A = πr²। ਪਾਈ ਦੀ ਥਾਂ ਤੇ ਕੀ ਲਾ ਲਿਆ 22/7 ਲਾ ਲਿਆ, ਆਰ ਦੀ ਥਾਂ ਤੇ ਕੀ ਲਾ ਲਿਆ 14 ਲਾ ਲਿਆ, 14 ਗੁਣਾ 14 ਠੀਕ ਹੈ ਨਾ ਜੀ, 196 ਆ ਗਿਆ। 22.7 ਮਲਟੀਪਲਾਈਡ ਬਾय 196 ਠੀਕ ਹੈ ਜੀ। ਕਟਿੰਗ ਕਰ ਦੋ, ਕਟਿੰਗ ਕਰਕੇ 22.22 ਮਲਟੀਪਲਾਈਡ ਬਾय 28 616। ਪਰ ਇੱਕ ਗੱਲ ਯਾਦ ਰੱਖਣੀ ਹੈ ਔਰ ਖਾਸ, do not forget to write units ਔਰ ਸਕੇਅਰਡ ਯੂਨਿਟਸ। ਪਿਛਲੇ ਲੈਕਚਰ 'ਚ ਵੀ ਮੈਂ ਦੱਸਿਆ ਸੀ ਕਿ ਜਦੋਂ ਵੀ ਖੇਤਰਫਲ ਦੀ ਗੱਲ ਕਰੋਗੇ ਸਕੇਅਰਡ ਯੂਨਿਟ ਦਾ ਭਾਵ ਕੀ ਹੈ, ਇੰਚ ਦਾ ਸਕੇਅਰ, ਇੰਚ ਦਾ ਸਕੇਅਰ ਆਊ
ਜੇ ਸੈਂਟੀਮੀਟਰ ਹੁੰਦਾ ਸੈਂਟੀਮੀਟਰ ਦਾ ਸਕੁਅਰ ਹੁੰਦਾ, ਜੇ ਮੀਟਰ ਹੁੰਦਾ ਮੀਟਰ ਦਾ ਸਕੁਅਰ ਹੁੰਦਾ। ਇਹ ਜ਼ਰੂਰੀ ਹੈ, ਠੀਕ ਹੈ ਜੀ। ਹੁਣ ਨੈਕਸਟ ਦੇਖੋ, ਇਹ ਇੱਕ ਟੌਪਿਕ ਸੀ ਸਾਡਾ ਕਿਹੜਾ, ਸਰਕਲ ਦਾ ਏਰੀਆ। ਹੁਣ ਆ ਜਾਓ ਜੀ ਸੈਮੀ ਸਰਕਲ। ਸੈਮੀ ਸਰਕਲ ਕੀ ਹੈ ਸਾਡਾ? ਸਰਕਲ ਦਾ ਅੱਧਾ ਪੋਰਸ਼ਨ ਕੱਟ ਦੋ, ਵਿੱਚੋਂ ਕੱਟ ਦੋ, ਸੇਵ ਲਓ, ਵਿੱਚੋਂ ਕੱਟ ਦੋ, ਜੋ ਪੋਰਸ਼ਨ ਪ੍ਰਾਪਤ ਹੋ ਗਿਆ 2D ਚ, 3D ਚ ਨਹੀਂ। ਉਹ ਸਫੀਅਰ ਹੋਊਗਾ, ਸੈਮੀ ਸਫੀਅਰ ਹੋਊਗਾ। ਜੇ ਪੂਰਾ ਸੇਵ ਦੇਖੀਏ ਤੇ ਉਹ ਸਫੀਅਰ ਹੈ, ਉਹ 3D ਦੀ ਗੱਲ ਹੈ, ਇਹ 2D ਦੀ ਗੱਲ ਹੈ। ਸੈਮੀ ਸਰਕਲ 2D, ਸਰਕਲ 2D, ਸਫੀਅਰ 3D, ਸੈਮੀ ਸਫੀਅਰ 2D 3D, ਠੀਕ ਹੈ ਬੇਟਾ। ਹੁਣ ਕੀ ਹੈ ਸੈਮੀ ਸਰਕਲ? ਕੀ ਹੈ? ਇਟ ਇਜ਼ ਹਾਫ ਆਫ ਦੀ ਸਰਕਲ, ਹਾਫ ਪਾਰਟ ਆਫ ਦਾ ਸਰਕਲ, ਅੱਧਾ ਹੈ। ਕਿੱਥੋਂ ਡਿਵਾਈਡ ਕਰਨਾ ਹੈ? when circle is divided by its diameter। ਜਦੋਂ ਅਸੀਂ ਡਾਇਆਮੀਟਰ ਤੋਂ ਕੱਟਣਾ ਹੈ, ਕੌਰਡ ਤੋਂ ਨਹੀਂ ਕੱਟਣਾ। ਤਾਂ ਹੀ ਪਹਿਲਾਂ ਕੀ ਪੜਿਆ ਸੀ? ਕੌਰਡ ਪੜਿਆ ਸੀ, ਫਿਰ ਕੀ ਪੜਿਆ ਸੀ? ਡਾਇਆਮੀਟਰ ਪੜਿਆ ਸੀ। ਤਾਂ ਹੀ ਇਸ ਕਰਕੇ ਪੜਿਆ ਸੀ ਕਿ ਦੋਨਾਂ ਦਾ ਡਿਫਰੈਂਸ ਪਤਾ ਹੋਣਾ ਚਾਹੀਦਾ, ਦੈਨ ਵੀ ਕੈਨ ਕਲਾਸੀਫਾਈ। ਤੇ ਤਾਂ ਅਸੀਂ ਕਲਾਸੀਫਾਈ ਕਰ ਸਕਦੇ ਹਾਂ ਸਰਕਲ ਨੂੰ ਕੱਟਣਾ ਹੈ ਕਿੱਥੋਂ? ਡਾਇਆਮੀਟਰ ਤੋਂ। ਦੋ ਇਕੁਅਲ ਪਾਰਟ ਬਣ ਜਾਣੇ ਚਾਹੀਦੇ ਨੇ। the blue shaded region in the image represent a semi circle। ਉਹ ਸੈਮੀ ਸਰਕਲ ਹੈ ਸਾਡਾ। ਹੁਣ ਅਸੀਂ ਇਹਦੇ ਏਰੀਏ ਦੀ ਗੱਲ ਕਰਾਂਗੇ। ਪਹਿਲਾਂ ਅਸੀਂ ਪੈਰੀਮੀਟਰ ਦੀ ਗੱਲ ਕਰਦੇ ਹਾਂ। what is perimeter of circle, semi circle। ਦੇਖੋ ਫਿਰ ਮੈਂ ਗੱਲ ਕਰ ਰਿਹਾ, ਜਦੋਂ ਅਸੀਂ ਪਰਿਮਾਪ ਦੀ ਗੱਲ ਕਰਦੇ ਹਾਂ we go on the periphery। ਅਸੀਂ ਹਰ ਆਬਜੈਕਟ, ਹਰ ਕਲੋਜ਼ਡ ਆਬਜੈਕਟ ਦੀ ਗੱਲ ਜੇ ਕਰੀਏ, ਉਹਦੀ ਜੇ ਅਸੀਂ ਪਰਿਮਾਪ ਪਤਾ ਕਰਨਾ ਹੈ, ਕੀ ਕਰਾਂਗੇ? we go on the periphery। ਆਪਾਂ ਸਕੁਅਰ ਦੀ ਗੱਲ ਕਰਦੇ ਹਾਂ। ਸਪੋਜ਼ ਦੈਟ ਸਕੁਅਰ ਦੇ ਆਲੇ ਦੁਆਲੇ ਤੁਰਨਾ ਸ਼ੁਰੂ ਕਰ ਦਿਓ ਤੁਸੀਂ, ਚਾਰ ਸਾਈਡਾਂ ਨੇ, ਚਾਰੇ ਜੋੜ ਦਿਓ, ਉਹ ਕੀ ਬਣ ਗਿਆ? ਪੈਰੀਮੀਟਰ ਬਣ ਗਿਆ। ਟ੍ਰਾਇੰਗਲ ਚ ਕੀ ਹੈ? A + B + C, ਤਿੰਨੇ ਸਾਈਡਾਂ ਜੋੜ ਦਿਓ। ਸੈਮੀ ਸਰਕਲ ਚ ਸਮਝਣ ਵਾਲੀ ਗੱਲ ਹੈ। ਦੇਖੋ ਮੈਂ ਜ਼ੂਮ ਕਰ ਰਿਹਾ, ਡਾਇਆਮੀਟਰ ਹੈ, ਇਹਨੂੰ D ਨਾਲ ਡਿਨੋਟ ਕਰਤਾ ਆਪਾਂ, D ਹੈ ਜੀ ਆਪਣਾ। ਬਾਕੀ ਉੱਪਰ ਵਾਲਾ ਦੇਖੋ ਜੀ, ਉੱਪਰ ਵਾਲਾ ਪੋਰਸ਼ਨ ਕੀ ਹੈ? ਸਰਕਮਫਰੈਂਸ ਹੈ। ਕਾਹਦਾ? ਸਰਕਮਫਰੈਂਸ ਹੈ ਸਾਡੇ ਸਰਕਲ ਦਾ। ਸਾਡੇ ਸਰਕਲ ਦਾ ਜੋ ਸਰਕਮਫਰੈਂਸ ਆ ਉਹ ਕਿੰਨਾ ਹੁੰਦਾ? 2πr ਹੁੰਦਾ ਜੀ। ਹੁਣ 2πr ਨੂੰ ਜਦੋਂ ਅਸੀਂ 2 ਤੇ ਡਿਵਾਈਡ ਕਰ ਦਾਂਗੇ, ਆਹ ਦੇਖੋ ਵੀ ਗੋਟ ਦਾ ਪੈਰਾਮੀਟਰ 1/2 ਮਲਟੀਪਲਾਈਡ ਬਾਏ ਸਰਕਮਫਰੈਂਸ ਆਫ ਦੀ ਸਰਕਲ 1/2 ਗੁਣਾ ਸਰਕਮਫਰੈਂਸ ਆਫ ਸਰਕਲ। ਪਰਿਮਾਪ ਸਰਕਲ ਦਾ ਪਰਿਮਾਪ ਕੀ ਹੈ? 2πr ਹੈ ਜੀ। 2πr ਨੂੰ 2 ਨੂੰ 2 ਨਾਲ ਕੀ ਕਰ ਦੋ ਜੀ? ਕਟਿੰਗ ਕਰ ਦੋ, ਠੀਕ ਹੈ ਜੀ। ਕੀ ਰਹਿ ਗਿਆ? πr। d ਕੀ ਹੈ ਸਾਡਾ? ਡਾਇਆਮੀਟਰ ਹੈ ਨਾ ਜੀ, ਉਹ ਵਿਆਸ ਹੈ ਸਾਡਾ। ਤਿੰਨਾਂ ਨੂੰ ਜੋੜ ਦੋ, ਕੀ ਬਣਿਆ ਸਾਡਾ? ਦੇਖੋ ਪੈਰੀਮੀਟਰ ਇਜ਼ ਇਕੁਅਲ ਟੂ πr + d, πr + d। ਸਪੋਜ਼ ਦੈਟ ਅਸੀਂ ਇਹਨੂੰ ਵੀ ਕੀ ਕਰਨਾ ਹੈ? ਰੇਡੀਅਸ ਚ ਕਨਵਰਟ ਕਰ ਲੈਣਾ। ਆਪਾਂ ਵੀ ਨੋ ਦੈਟ ਜਿਹੜਾ ਵਿਆਸ ਹੁੰਦਾ ਹੈ, ਵਿਆਸ ਮਤਲਬ ਡਾਇਆਮੀਟਰ ਕੀ ਹੁੰਦਾ? 2 ਟਾਈਮਸ ਦਾ ਅਰਧ ਵਿਆਸ, 2 ਗੁਣਾ ਹੁੰਦਾ ਜੀ 2d = 2r ਦੇ। ਆਪਾਂ ਵੈਲਿਊ ਪੁੱਟ ਕਰਤੀ, ਆ ਦੇਖੋ πr ਜਮਾ 2r, r ਕਾਮਨ ਕੱਢ ਲਓ। r ਕਾਮਨ ਕੱਢਿਆ, ਕਿੰਨਾ ਆ ਗਿਆ? π + 2। ਸੋ ਪੈਰੀਮੀਟਰ ਕਿੰਨਾ ਬਣ ਗਿਆ ਸਾਡਾ? r ਬ੍ਰੈਕਟ ਸ਼ੁਰੂ π + 2 ਬ੍ਰੈਕਟ ਬੰਦ is the required perimeter। ਨੈਕਸਟ ਕੀ ਕਰਾਂਗੇ ਆਪਾਂ ਹੁਣ? ਇਹਦਾ ਜੋ ਏਰੀਆ ਦੱਸਦਾ ਤੁਹਾਨੂੰ, ਏਰੀਆ ਹੈ ਜੋ ਸਾਡਾ ਸਰਕਲ ਦਾ ਏਰੀਆ ਹੈ। ਸਰਕਲ ਦਾ ਏਰੀਆ ਕੀ ਹੈ ਸਾਡਾ? πr² ਹੈ। ਉਹਨੂੰ 2 ਤੇ ਡਿਵਾਈਡ ਕਰ ਦੋ, ਬਸ 2 ਤੇ ਡਿਵਾਈਡ ਕਰ ਦੋ, ਡਿਵਾਈਡ ਇਟ ਬਾਈ 2 ਇਸ ਕਾਲਡ ਦੀ ਕੀ ਹੈ ਜੀ? ਉਹ ਸਾਡਾ ਏਰੀਆ ਬਣ ਗਿਆ ਸੈਮੀ ਸਰਕਲ ਦਾ। ਹੁਣ ਆਪਾਂ ਇਹਦੇ ਨਾਲ ਰਿਲੇਟਡ ਕੁਐਸਚਨ ਕਰਦੇ ਹਾਂ, ਉਹਦੇ ਨਾਲ ਜ਼ਿਆਦਾ ਸਮਝ ਆਊ ਤੁਹਾਨੂੰ। ਦੇਖੋ ਜਦੋਂ ਵੀ ਅਸੀਂ ਕੁਐਸਚਨ ਕਰਨਾ ਹੈ, ਪਹਿਲਾਂ ਉਹਨੂੰ ਪੜ੍ਹਨਾ ਹੈ ਢੰਗ ਨਾਲ, ਉਸ ਨੂੰ ਸਮਝਣਾ ਹੈ, ਉਹਦੀ ਟਰਮੀਨੋਲੋਜੀ। ਦਾ ਡਾਇਆਮੀਟਰ ਆਫ ਸੈਮੀ ਸਰਕਲ ਇਜ਼ 28। ਜਦੋਂ ਤੁਸੀਂ ਕੁਐਸਚਨ ਪੜ੍ਹ ਲਿਆ, ਅੱਧਾ ਆਨਸਰ ਉਹਦੇ ਚ ਹੀ ਹੈ। ਆਪਾਂ ਨੂੰ ਉਹਨੇ ਡਾਇਆਮੀਟਰ ਦਿੱਤਾ, ਸੈਮੀ ਸਰਕਲ ਦਾ ਡਾਇਆਮੀਟਰ ਕਿੰਨਾ? 28 ਹੈ ਜੀ। ਰੇਡੀਅਸ ਚ ਕਨਵਰਟ ਕਰ ਦੋ ਜੇ ਰੇਡੀਅਸ ਚ ਕਰਨਾ,
ਤਾਂ ਆਪਾਂ ਨੂੰ ਪਤਾ ਹੈ 28 ਨੂੰ ਕਿਸ ਤੇ ਡਿਵਾਈਡ ਕਰਨਾ ਪਊਗਾ 2 ਤੇ। ਕੈਲਕੂਲੇਟ ਦਾ ਪੈਰੀਮੀਟਰ ਐਂਡ ਏਰੀਆ। ਰੇਡੀਅਸ ਕਿੰਨਾ ਆ ਗਿਆ? ਰੇਡੀਅਸ ਸਾਡਾ ਆ ਗਿਆ 14। ਆ ਦੇਖੋ ਠੀਕ ਹੈ ਜੀ। ਹੁਣ ਦੇਖੋ ਪੈਰੀਮੀਟਰ ਆਫ ਸੈਮੀ ਸਰਕਲ ਆਪਾਂ ਹੁਣੀ ਕੀਤਾ ਹੈ ਡਰਾਈਵ ਕੀਤਾ ਸੀ ਨਾ, P = πr ਜਮਾ 2r, πr ਜਮਾ 2r। ਪਾਈ ਕਿੰਨਾ ਹੈ ਆਪਣਾ 22/7। ਚਾਹੇ ਤੁਸੀਂ ਐ ਲਿਖ ਲਓ ਨਾ, ਪਾਈ ਹੈ ਨਾ, ਤੁਸੀਂ ਪਾਈ + 2 ਲਿਖ ਕੇ ਬਾਹਰ r ਲਿਖ ਲਓ, ਠੀਕ ਹੈ ਜੀ। r ਜਿਹੜਾ ਹੈਗਾ ਆਪਣਾ ਉਹ ਕਿੰਨਾ ਹੈ 14 ਆ ਗਿਆ। ਪਾਈ ਕਿੰਨਾ ਹੈ 22/7 ਹੈ ਜੀ। ਪਾਈ ਤਾਂ ਆਪਾਂ 3.14 ਵੀ ਲੈ ਸਕਦੇ ਹਾਂ, ਤਾਂ ਥੋੜੀ ਡੈਸੀਮਲ ਚ ਚਲੇ ਜਾਏਗੀ, ਥੋੜੀ ਔਖੀ ਹੋ ਜਾਊਗੀ, ਤਾਂ 22/7 ਲੈ ਲਓ + 2। ਨਾਓ ਐਲਸੀਐਮ ਵਗੈਰਾ ਲੈ ਕੇ, ਜੇ ਤੁਸੀਂ ਐਲਸੀਐਮ ਲਓ, ਜੇ ਨਹੀਂ ਲੈਣਾ ਤਾਂ ਅੰਦਰ ਮਲਟੀਪਲਾਈ ਕਰ ਸਕਦੇ ਹੋ। ਕਿਵੇਂ? r ਕਿੰਨਾ ਸੀ 14 × 22/7 + 14 × 2, ਦੋਨਾਂ ਨੂੰ ਗੁਣਾ ਕਰਤੀ। ਆ ਦੇਖੋ 7 ਨਾਲ ਕੀ ਕੀਤਾ ਆਪਾਂ 14 ਕੱਟਤਾ, 44 + 28 ਆ ਗਿਆ। तो ਇਹਨੂੰ ਕੀਤਾ 8 4 12, ਇਹ ਆ ਗਿਆ 72 ਸੈਂਟੀਮੀਟਰ, 72 ਸੈਂਟੀਮੀਟਰ ਆ ਗਿਆ। ਕੀ ਸਾਡਾ ਪੈਰੀਮੀਟਰ ਆਇਆ ਇਹ। ਉਸ ਤੋਂ ਬਾਅਦ ਆ ਜਾਂਦਾ ਸਾਡਾ ਏਰੀਆ। ਏਰੀਆ ਕੀ ਹੈ 1/2 ਹਾਫ ਕੀਤਾ ਨਾ ਆਪਾਂ, ਮਲਟੀਪਲਾਈਡ ਬਾਈ πr², 1/2 ਗੁਣਾ ਉਹੀ 22/7 ਗੁਣਾ r ਕਿੰਨਾ 14 ਗੁਣਾ 14, 7 2 ਦਾ 4, नीचे भी 14 ऊपर भी 14, कटिंग होगी जी। सो एरिया कितना आ गया अपना 308 सेंटीमीटर स्क्वायर। फिर वही गल यूनिट स्क्वायर जरूर लिखना है। कई बार जे आपां रेलवे की गल करिए तो उत्थे क्वेश्चन पूछे जाते हैं, कल्ले वो यूनिट्स ही पूछ लेंदे ने भी खेत्रफल जिहड़ा है किहड़े यूनिट्स हुंदा। सो वो भी तां ही थोड़ा निक्की निक्की गल करनी ध्यान तां दवाने आ कि ये चीज़ां है छोटियां लेकिन जरूरी ने ਜਦੋਂ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਗੱਲ ਕਰਦੇ। ਹੁਣ ਦੇਖੋ ਪੈਰੀਮੀਟਰ ਸੈਂਟੀਮੀਟਰ ਚ ਹੈ, ਏਰੀਆ ਖੇਤਰਫਲ ਸਕੁਅਰ ਯੂਨਿਟਸ ਚ ਹੈ। ਹੁਣ ਨੈਕਸਟ ਦੇਖੋ ਜੀ, ਇਸ ਤੋਂ ਬਾਅਦ ਹਾਂ ਇਹ ਮੈਂ ਕਰਾ ਦਿੱਤਾ ਹੈ, ਇਹ ਉਹਦਾ ਏਰੀਆ ਦਾ ਸੈਮੀ ਸਰਕਲ ਦਾ ਜੋ ਏਰੀਆ ਹੈ ਉਹ ਵੀ ਆ ਗਿਆ ਹੈ। ਨੈਕਸਟ ਲਓ, ਬਹੁਤ ਇੰਪੋਰਟੈਂਟ ਹੈ ਜੀ ਕਨਸੈਂਟ੍ਰਿਕ ਸਰਕਲਸ। ਆਪਾਂ ਕਨਸੈਂਟ੍ਰਿਕ ਸਰਕਲ ਪੜਾਂਗੇ। ਕਨਸੈਂਟ੍ਰਿਕ ਸਰਕਲ ਦਾ ਮਤਲਬ ਕੀ ਹੈ? ਇੱਕੋ ਸੈਂਟਰ ਲੈ, ਇੱਕ ਸੈਂਟਰ ਲਿੱਤਾ, ਇੱਕ ਪ੍ਰਕਾਰ ਲਿੱਤੀ, ਅਸੀਂ ਸੈਂਟਰ ਤੋਂ ਅਸੀਂ ਇੱਕ ਸਰਕਲ ਖਿੱਚਿਆ, ਉਸੇ ਸੈਂਟਰ ਤੋਂ ਵੱਡਾ ਸਰਕਲ ਖਿੱਚਤਾ, ਤਾਂ ਵੀ ਗॉड ਉਹਦਾ ਸ਼ੇਪ, ਆਪਾਂ ਨੂੰ ਆਹ ਸ਼ੇਪ ਪ੍ਰਾਪਤ ਹੋ ਜਾਏਗੀ। ਆ ਦੇਖੋ ਆਹ ਸ਼ੇਪ ਪ੍ਰਾਪਤ ਹੋ ਗਈ, ਸੈਂਟਰ ਤੇ ਪ੍ਰਕਾਰ ਰੱਖ ਲਓ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਛੋਟਾ ਰੇਡੀਅਸ ਲੈ ਲਿਆ, ਇੱਕ ਛੋਟੇ ਰੇਡੀਅਸ ਨਾਲ ਆਪਾਂ ਸਰਕਲ ਡਰਾ ਕਰਤਾ, ਇੱਕ ਵੱਡੇ ਰੇਡੀਅਸ ਨਾਲ ਅਸੀਂ ਡਰਾ ਕਰਤਾ ਹੈ ਸਰਕਲ। ਕਨਸੈਂਟ੍ਰਿਕ ਸਰਕਲ ਬਣ ਗਿਆ। ਇੱਕ ਸਰਕਲ ਹੈਵਿੰਗ common center but different radius called the concentric circles। ਹੁਣ ਐਪਲੀਕੇਸ਼ਨ ਕੀ ਹੈ ਇਹਦੀ? ਆਪਾਂ ਪੜਿਆ ਕਿੱਥੇ ਅਪਲਾਈ ਕਰਾਂਗੇ? ਅਸੀਂ ਜਾਂਦੇ ਆ ਸੈਰ ਕਰਨ ਜਾਂਦੇ ਆ, ਐਥਲੀਟ ਨੇ ਜਿਹੜੇ ਉਹ ਦੌੜਦੇ ਨੇ, ਕਿੱਥੇ ਦੌੜਦੇ ਨੇ? ਉਹ ਦੌੜਦੇ ਨੇ ਸਰਕੂਲਰ ਪਾਥ, ਜੋ ਉਹਨਾਂ ਦਾ ਗਰਾਊਂਡ ਹੁੰਦਾ 400 ਮੀਟਰ ਦਾ ਗਰਾਊਂਡ ਹੈ, ਉਹ ਸਰਕੂਲਰ ਪੋਰਸ਼ਨ ਹੀ ਹੈ, ਸਰਕੂਲਰ ਪਾਰਟ ਹੀ ਹੈ। ਜਦੋਂ ਅਸੀਂ ਉਹਦਾ ਏਰੀਆ ਕੱਢਣਾ ਹੋਵੇ, ਜਦੋਂ ਅਸੀਂ ਉਸ ਤੇ ਸੀਮੈਂਟ ਜੋ ਵੀ ਉਸ ਦੀ ਸੜਕ ਨੂੰ ਬਣਾਉਣਾ ਹੋਵੇ, ਉਹਦਾ ਏਰੀਆ ਕੱਢਣਾ ਹੋਵੇ, ਉਹਦੇ ਮਟੀਰੀਅਲ, ਤਾਂ ਹੀ ਅਸੀਂ ਜੇ ਏਰੀਆ ਕੱਢਾਂਗੇ ਤਾਂ ਹੀ ਮਟੀਰੀਅਲ ਪਾਵਾਂਗੇ ਆਪਾਂ ਉਸ ਤੇ। ਸੋ ਉਹਦੀ ਐਪਲੀਕੇਸ਼ਨ ਉੱਥੇ ਹੈ। ਉਹਦੀ ਐਪਲੀਕੇਸ਼ਨ ਕਿੱਥੇ ਹੈ? ਮੈਥ ਦੀ ਐਪਲੀਕੇਸ਼ਨ ਉੱਥੇ ਅਪਲਾਈ ਹੁੰਦੀ ਹੈ। ਆਪਾਂ ਘਰੇ ਇੱਕ ਫਲੋਰ ਤੇ ਟਾਈਲਿੰਗ ਕਰਨੀ ਹੈ ਜਾਂ ਫਲੋਰ ਲਗਾਉਣਾ ਹੈ, ਇੱਕ ਫਲੋਰ ਆਪਾਂ ਪੂਰਾ ਉਹਦਾ ਲੈਂਥ ਇਨਟੂ ਬ੍ਰੈਡਥ ਕੱਢ ਲੈਂਦੇ ਆ, ਖੇਤਰਫਲ ਕੱਢ ਲੈਂਦੇ ਆ, ਫਿਰ ਕੱਲੀ ਟਾਈਲ ਦਾ ਕੱਢ ਲੈਂਦੇ ਆ, ਫਿਰ ਹਾਊ ਮੈਨੀ ਟਾਈਲਸ ਕੱਢ ਲੈਂਦੇ ਆ, ਕਿੰਨੇ ਟਾਈਲਸ ਆਪਾਂ ਟੋਟਲ ਏਰੀਆ ਨੂੰ ਡਿਵਾਈਡ ਕਰ ਦਿੰਦੇ ਆ ਜੋ ਟਾਈਲ ਹੁੰਦੀ ਹੈ। ਸੋ ਇਹ ਸਿਗਨੀਫੀਕੈਂਸ ਹੈ ਸਾਡੀ, ਕਿਉਂ ਅਸੀਂ ਮੈਥ ਪੜ੍ਹਦੇ ਆ, ਕਿਉਂ ਅਸੀਂ ਮੈਂਸੂਰੇਸ਼ਨ ਪੜ੍ਹਦੇ ਆ, ਵਾਈ ਇਟ ਇਜ਼ ਨੈਸੈਸਰੀ। ਤੋ ਕਮ ਟੂ ਦੀ ਪੁਆਇੰਟ। ਹੁਣ ਕੀ ਹੈ,
ਸਰਕੂਲਰ ਪਾਥ ਦਾ ਏਰੀਆ, a track of uniform width is laid around a circular park for walking purpose, ठीक है। what is the area of track, ਕਿਵੇਂ ਕੱਢਾਂਗੇ ਖੇਤਰਫਲ ਜੇ ਸਾਨੂੰ ਕੀ ਪਤਾ ਹੋਊਗਾ, concentric circle ਬਾਰੇ ਪਤਾ। O is a common point, ਵੱਡਾ r ਵੱਡਾ radius, ਛੋਟਾ r ਛੋਟਾ radius। now come to the area, ਲਓ ਜੀ area of circular ring। ਜੇ ਕੱਢਣਾ ਹੋਵੇ ਅਸੀਂ ਸਰਕੂਲਰ ਰਿੰਗ ਕਹਿੰਦੇ, ਇਹਨੂੰ ਪੰਜਾਬੀ ਚ ਅਸੀਂ ਛੱਲਾ ਕਹਿੰਦੇ ਹਾਂ, ਠੀਕ ਹੈ ਜੀ। ਦੋ ਗੱਲਾਂ ਯਾਦ ਰੱਖਣੀਆਂ ਨੇ, ਵੱਡਾ ਰੇਡੀਅਸ ਇੱਕ ਛੋਟਾ ਰੇਡੀਅਸ। ਕਰਨਾ ਕੀ ਹੈ, ਏਰੀਆ ਆਫ ਬਿਗਰ ਸਰਕਲ ਲੈ ਲਿਆ, ਕਿੰਨਾ ਹੈ ਜੀ ਪਾਈ ਆਰ ਸਕੁਅਰ ਹੈ ਵੱਡੇ ਦਾ, ਪਰ ਅਸੀਂ ਲਾਵਾਂਗੇ ਕੀ, ਅਸੀਂ ਵੱਡਾ ਆਰ ਲਾ ਲਿਆ ਜੀ, ਵੱਡਾ ਆਰ ਸਕੁਅਰ ਲਾ ਲਿਆ, ਮਾਈਨਸ ਏਰੀਆ ਆਫ ਸਮਾਲਰ ਸਰਕਲ, ਠੀਕ ਹੈ ਜੀ। ਪਾਈ ਕਾਮਨ ਕੱਢ ਲਓ, ਆਰ ਸਕੁਅਰ ਮਾਈਨਸ ਆਰ ਸਕੁਅਰ। ਹੁਣ ਦੇਖੋ ਪਾਈ ਕਾਮਨ ਕੱਢ ਲਿਆ, ਅਸੀਂ ਆਰ ਸਕੁਅਰ ਮਾਈਨਸ ਆਰ ਸਕੁਅਰ ਦਾ ਕਰਤਾ। ਹੁਣ ਇੱਥੇ ਆਪਾਂ ਆਇਡੈਂਟੀਟੀ ਯੂਜ਼ ਕਰਾਂਗੇ, ਵੀ ਯੂਜ਼ ਹੇਅਰ ਇਹ ਆਇਡੈਂਟੀਟੀ ਕਿਹੜੀ, ਆਪਾਂ ਨੂੰ ਪਤਾ ਹੈ a ਸਕੁਅਰ ਮਾਈਨਸ b ਸਕੁਅਰ ਬਰਾਬਰ ਕਿਹਦੇ ਹੁੰਦਾ ਹੈ, a ਮਾਈਨਸ b, a ਪਲੱਸ b ਦੇ। ਸਿਮਿਲਰਲੀ ਆਰ ਸਕੁਅਰ ਵੱਡਾ ਆਰ ਸਕੁਅਰ ਮਾਈਨਸ ਛੋਟਾ ਆਰ ਸਕੁਅਰ ਬਰਾਬਰ ਕਿਹਦੇ ਆ ਜਾਊਗਾ, ਆਰ ਮਾਈਨਸ ਆਰ, ਆਰ ਪਲੱਸ ਆਰ ਦੇ ਜੀ। ਇਹੀ ਅਸੀਂ ਕੁਐਸਚਨ ਚ ਅਪਲਾਈ ਕਰ ਦੇਣਾ। ਇੱਕ ਗੱਲ ਯਾਦ ਰੱਖਣੀ ਹੈ ਹਮੇਸ਼ਾ, ਆਰ ਮਸਟ ਬੀ ਗ੍ਰੇਟਰ ਦੇਨ ਆਰ, ਵੱਡਾ ਆਰ ਹਮੇਸ਼ਾ ਛੋਟੇ ਆਰ ਤੋਂ। ਆ ਦੇਖੋ ਆ ਚੀਜ਼ ਕੰਡੀਸ਼ਨ ਹੈ ਜੀ, ਵੱਡਾ ਆਰ ਗ੍ਰੇਟਰ ਦੇਨ ਛੋਟਾ ਆਰ। ਆ ਲਓ ਇਹ ਥੋੜਾ ਪੰਜਾਬੀ ਚ ਮੈਂ ਡਿਫਾਈਨ ਕੀਤਾ, ਛੱਲੇ ਦਾ ਖੇਤਰਫਲ ਬਰਾਬਰ ਹੈ a ਬਰਾਬਰ ਹੈ ਪਾਈ ਆਰ ਮਾਈਨਸ ਆਰ, ਠੀਕ ਹੈ ਜੀ, ਆਰ ਪਲੱਸ ਆਰ। ਆਰ ਕੀ ਹੈ, ਆਊਟਰ ਰੇਡੀਅਸ ਬਾਹਰਲਾ ਅਰਧ ਵਿਆਸ। ਛੋਟਾ ਆਰ ਕੀ ਹੈ, ਇਨਰ ਰੇਡੀਅਸ ਅੰਦਰ ਵਾਲਾ ਅਰਧ ਵਿਆਸ। ਇਹ ਕੀ ਹੈ, ਖੇਤਰਫਲ। ਪਾਈ ਉਹੀ ਆਪਣਾ ਗ੍ਰੀਕ ਲੈਟਰ। ਨਾਓ ਹੁਣ ਆਪਾਂ ਇਹਦੇ ਨਾਲ ਰਿਲੇਟਡ ਇੱਕ ਕੁਐਸਚਨ ਕਰਦੇ ਹਾਂ, ਦਾ ਆਊਟਰ ਡਾਇਮੀਟਰ। ਦੇਖੋ ਜਦੋਂ ਆਊਟਰ ਲਿਖਦਾ ਹੈ ਬਾਹਰਲਾ ਹੋ ਗਿਆ ਜੀ, ਬਾਹਰਲਾ ਡਾਇਮੀਟਰ ਐਂਡ ਦੀ ਇਨਰ ਡਾਇਮੀਟਰ ਅੰਦਰਲਾ ਡਾਇਮੀਟਰ। ਦੋ ਗੱਲਾਂ, ਬਾਹਰਲਾ ਡਾਇਮੀਟਰ ਇਨਰ ਡਾਇਮੀਟਰ। ਜਦੋਂ ਦੋ ਚੀਜ਼ਾਂ ਦੇਤੀਆਂ ਇਹਦਾ ਮਤਲਬ ਛੱਲੇ ਦੀ ਗੱਲ ਹੋ ਰਹੀ ਹੈ, ਸਰਕੂਲਰ ਪਾਥ ਦੀ ਗੱਲ ਹੋ ਰਹੀ ਹੈ। ਡਾਇਮੀਟਰ ਆਫ ਸਰਕੂਲਰ ਪਾਥ ਆਰ 728 728 ਮੀਟਰ ਐਂਡ 700 ਮੀਟਰ ਰਿਸਪੈਕਟਿਵਲੀ। ਕਰਮਵਾਰ ਕੀ ਹੈ, ਆਊਟਰ ਡਾਇਮੀਟਰ ਕਿੰਨਾ ਹੈ, ਆਰ 728 ਦੇਤਾ, ਛੋਟਾ ਆਰ 700 ਦੇਤਾ ਰਿਸਪੈਕਟਿਵਲੀ। ਇਹ ਨਾ ਹੋਵੇ ਤੁਸੀਂ ਆਰ ਜਿਹੜਾ ਵੱਡਾ ਆਰ ਹੈ ਉਹ 700 ਚੋਂ ਕੱਢ ਲਓ, ਕਿਉਂਕਿ ਡਾਇਮੀਟਰ ਦਿੱਤਾ ਹੈ ਨਾ। ਸੋ ਇਹ ਗੱਲ ਦਾ ਖਿਆਲ ਰੱਖਣਾ ਪਊਗਾ। ਫਾਈਂਡ ਦਾ ਬ੍ਰੈਡਥ ਐਂਡ ਏਰੀਆ ਆਫ ਸਰਕੂਲਰ ਪਾਥ। ਦੋ ਚੀਜ਼ਾਂ ਪਤਾ ਕਰਨੀਆਂ ਨੇ, ਏਰੀਆ ਪਤਾ ਕਰਨਾ ਤੇ ਉਹਦੀ ਚੌੜਾਈ ਪਤਾ ਕਰਨੀ ਹੈ। ਆਪਾਂ ਕੀ ਕਰਾਂਗੇ, ਡਾਇਮੀਟਰ ਕੱਢ ਲਓ। ਡਾਇਮੀਟਰ ਕਿਵੇਂ ਕੱਢਾਂਗੇ, 728 ਹੈ ਨਾ ਜੀ, ਆਪਾਂ ਨੂੰ ਰੇਡੀਅਸ ਡਾਇਮੀਟਰ ਦਿੱਤਾ ਹੈ, ਰੇਡੀਅਸ ਕੱਢ ਲਓ। ਰੇਡੀਅਸ ਬਰਾਬਰ ਕਿਹਦੇ 728 ਨੂੰ ਕਿਹਦੇ ਡਿਵਾਈਡ ਕਰਾਂਗੇ ਆਪਾਂ, 2 ਤੇ ਡਿਵਾਈਡ ਕਰਕੇ ਕਿੰਨਾ ਆ ਗਿਆ, 364 ਆ ਗਿਆ ਜੀ। 2 ਤੇ ਡਿਵਾਈਡ ਕਰ ਲਓ। ਕੋਸ਼ਿਸ਼ ਕਰੋ ਕਿ ਕਾਪੀ ਪੈਨ ਨਾਲ ਲੈ ਕੇ ਬੈਠੋ, ਕਾਪੀ ਪੈਨ ਲੈ ਕੇ ਬੈਠੋਗੇ, ਥੋੜਾ ਲਿਖੋਗੇ ਤਾਂ ਪਤਾ ਲੱਗੂਗਾ। ਮੈਥ ਨੂੰ ਪੜ੍ਹਨਾ ਨਹੀਂ, ਨੈਵਰ ਰੀਡ ਮੈਥ। ਇਫ ਯੂ ਆਰ ਰੀਡਿੰਗ ਮੈਥ ਯੂ ਆਰ ਡਿਸੀਵਿੰਗ ਯੋਰਸੈਲਫ। ਤੁਸੀਂ ਧੋਖਾ ਦੇ ਰਹੇ ਹੋ, ਏਦਾਂ ਲੱਗੂ ਸਾਨੂੰ ਸਮਝ ਆ ਗਿਆ, ਸਮਝ ਆ ਗਿਆ, ਪਰ ਆਉਂਦਾ ਨਹੀਂ, ਆਉਂਦਾ ਨਹੀਂ ਬਿਲਕੁਲ ਵੀ। ਇਹ ਜਦੋਂ ਤੱਕ ਕਰਦੇ ਨਹੀਂ ਤਦ ਤੱਕ ਆਉਂਦਾ ਨਹੀਂ। ਸੋ ਆਲਵੇਜ਼ ਜਦੋਂ ਕਲਾਸ ਵੀ ਲਗਾਓ ਨਾ, ਆਪਣੇ ਟੀਚਰ ਸਾਹਿਬਾਨ ਦੀ ਕਲਾਸ ਲਗਾਓ, ਉੱਥੇ ਵੀ ਕੀ ਕਰਨਾ ਹੈ, ਉੱਥੇ ਵੀ ਪੈਨ ਕਾਪੀ ਨਾਲ ਲੈ ਕੇ ਬੈਠਣਾ ਹੈ। ਥੋੜਾ ਟੀਡੀਐਸ, ਥੋੜਾ ਹੋਰ ਤਰ੍ਹਾਂ ਦਾ ਪੀਰੀਅਡ ਚੱਲ ਰਿਹਾ ਹੁਣ, ਤਾਂ ਉਸੇ ਤਰੀਕੇ ਨਾਲ ਆਪਾਂ ਨੂੰ ਕਰਨਾ ਚਾਹੀਦਾ। ਹੁਣ ਦੇਖੋ ਆਰ ਕਿੰਨਾ ਆ ਗਿਆ ਜੀ ਆਪਣਾ, 728 ਨੂੰ ਆਪਾਂ 2 ਤੇ ਡਿਵਾਈਡ ਕੀਤਾ, 364 ਮੀਟਰ ਆ ਗਿਆ ਆਪਣਾ, 364 ਮੀਟਰ। ਇਹ ਸਾਡਾ ਰੇਡੀਅਸ ਆ ਗਿਆ ਬਾਹਰਲਾ। ਇਨਰ ਰੇਡੀਅਸ ਕਿੰਨਾ ਆ ਗਿਆ, 700। 700 ਨੂੰ 2 ਤੇ ਡਿਵਾਈਡ ਕਰ ਦੋ, 350 ਆ ਗਿਆ। ਹੁਣ ਅੱਗੇ ਦੇਖੋ ਫਾਰਮੂਲਾ ਲਾਵਾਂਗੇ ਆਪਾਂ, ਆ ਦੇਖੋ। ਅੱਛਾ ਜੇ ਬ੍ਰੈਡਥ ਕੱਢਣੀ ਹੋਵੇ, ਪਰ ਚਲੋ ਪਹਿਲਾਂ ਆਪਾਂ ਇਹਦਾ ਏਰੀਆ ਕੱਢ ਲੈਂਦੇ। ਏਰੀਆ ਕਿਹਦੇ ਬਰਾਬਰ ਹੋ ਗਿਆ, ਪਾਈ ਆਰ ਪਲੱਸ ਆਰ, ਆਰ ਮਾਈਨਸ ਆਰ। ਕੁਛ ਨਹੀਂ ਕੀਤਾ, ਪਾਈ ਦੀ ਜਗ੍ਹਾ ਕੀ ਲਾਤਾ, 22/7 ਲਾਤਾ। ਆਰ ਕਿੰਨਾ ਸੀ ਆਪਣਾ ਵੱਡੇ ਵਾਲਾ, 364। 364 ਪਲੱਸ 350, ਇਹ ਆ ਗਿਆ ਜੀ 6×5 = 11। ਠੀਕ ਹੈ ਜੀ,
3 3 6 714, ठीक है। 714 ਦਾ ਇੱਕ ਹੋ ਗਿਆ ਜੀ। ਉਸ ਤੋਂ ਬਾਅਦ ਕੀ ਹੋਇਆ, r ਮਾਈਨਸ r ਕਰ ਦੋ। 364 ਚੋਂ 350 ਘਟਾਇਆ, ਕਿੰਨਾ ਆਇਆ, 14 ਆਇਆ। ਇਹ ਇੱਥੇ ਸਮਝਣ ਵਾਲੀ ਗੱਲ ਹੈ। ਬਾਹਰਲੇ ਰੇਡੀਅਸ ਚੋਂ ਜਦੋਂ ਅੰਦਰਲਾ ਰੇਡੀਅਸ ਘਟਾਵਾਂਗੇ ਉਹ ਪਾਥ ਬਣ ਜੂ। ਪਾਥ ਮਤਲਬ ਉਹ ਸੜਕ। ਇਹੀ ਸਾਡੇ ਤੋਂ ਪੁੱਛੀ ਆ ਉਹਨੇ, ਬੀ ਬ੍ਰੈਡਥ ਵੀ ਇਹੀ ਪੁੱਛੀ ਹੈ। ਉਹਨੇ ਕਿਹਾ ਵੀ ਬ੍ਰੈਡਥ ਕਿੰਨੀ ਹੋਊਗੀ, 14। ਇਹ ਵੀ ਆਨਸਰ ਨਿਕਲਿਆ ਹੈ ਸਾਡਾ। ਚਲੋ ਹੁਣ ਕੀ ਹੈ, 364 ਪਲੱਸ 350 r ਪਲੱਸ r, ਫਿਰ ਕੀ ਹੈ 364 ਮਾਈਨਸ 350 ਮੀਟਰ ਸਕੁਅਰ। ਆ ਦੇਖੋ ਜੀ ਕਿੰਨਾ ਆਇਆ, 22/7 ਗੁਣਾ 714 ਗੁਣਾ 14। 7 ਨਾਲ ਨੀਚੇ 22.7 ਦਿੱਤਾ ਨਾ, 7 to the 14 ਕਰਨਾ, ਠੀਕ ਹੈ। ਜਦੋਂ ਮਲਟੀਪਲਾਈ ਕਰੋਗੇ 416 ਮੀਟਰ ਸਕੁਅਰ। ਇਹ ਕੀ ਆ ਗਿਆ, ਸਾਡਾ ਏਰੀਆ ਆ ਗਿਆ ਇਨ ਸਕੁਅਰ ਯੂਨਿਟਸ। ਇਹ ਸਾਡਾ ਖੇਤਰਫਲ ਆ ਗਿਆ। ਔਰ ਜੋ ਸਾਡੀ ਬ੍ਰੈਡਥ ਹੈ, ਬ੍ਰੈਡਥ ਉਹੀ ਹੈ ਕਿ r ਮਾਈਨਸ r, 364 ਚੋਂ 350 ਘਟਾ ਦਿਓ ਜੀ, ਕਿੰਨਾ ਆ ਗਿਆ, 14। ਉਹ ਸਾਡੀ ਕੀ ਆ ਗਈ, ਬ੍ਰੈਡਥ। ਤੁਸੀਂ ਬ੍ਰੈਡਥ ਨੂੰ ਇਮੇਜਿਨ ਕਰੋ ਕਿ ਇਹ ਉਹ ਪੋਰਸ਼ਨ ਹੈ ਜਿੱਥੇ ਤੁਸੀਂ ਦੌੜ ਰਹੇ ਹੋ, ਉਹ ਚੀਜ਼ ਦੀ ਗੱਲ ਕਰ ਰਿਹਾ ਇਹ। ਤੋ ਹੁਣ ਬੱਚੇ ਇੱਥੇ ਤੱਕ ਸੀਗਾ ਸਾਡਾ ਜੋ ਅੱਜ ਦਾ ਟੌਪਿਕ ਸੀ। ਹੁਣ ਤੁਸੀਂ ਸਾਰਾ ਟੌਪਿਕ ਇੱਕ ਵਾਰੀ ਮੈਂ ਤੁਹਾਨੂੰ ਫੇਰ ਰਿਵਾਈਜ਼ ਕਰਾਨਾ ਕਿ ਸ਼ੁਰੂ ਤੋਂ ਕੀ ਸੀ। ਦੇਖੋ ਅਸੀਂ ਸਟਾਰਟ ਕੀਤਾ ਸਰਕਲ ਤੋਂ ਸਟਾਰਟ ਕੀਤਾ, ਪੂਰਾ ਟੌਪਿਕ ਕਵਰ ਕੀਤਾ। ਸਰਕਲ ਕੀ ਹੈ, ਇਹ ਕਲੋਜ਼ਡ ਫਿਗਰ ਹੈ। ਸਿੱਕੇ ਨਾਲ, ਜਿਵੇਂ ਸਿੱਕਾ ਲਿੱਤਾ, ਇੱਕ ਕੋਇਨ ਲਿੱਤਾ, ਉਹਦੇ ਆਲੇ ਦੁਆਲੇ ਤੁਸੀਂ ਪੈਨਸਲ ਨਾਲ ਜੋ ਸ਼ੇਪ ਆਬਟੇਨ ਹੋਊਗੀ ਉਹ ਸਾਡਾ ਸਰਕਲ ਹੈ। ਉਸ ਤੋਂ ਬਾਅਦ ਅਸੀਂ ਸਰਕਲ ਦੇ ਪਾਰਟਸ ਬਾਰੇ ਗੱਲ ਕੀਤੀ। ਸਰਕਲ ਦਾ ਪਾਰਟਸ, ਰੇਡੀਅਸ, ਠੀਕ ਹੈ ਜੀ, ਸੈਂਟਰ O, ਰੇਡੀਅਸ R ਔਨ ਦਾ ਪੈਰੀਫਰੀ ਆਫ ਦੀ ਸਰਕਲ। ਉਸ ਤੋਂ ਬਾਅਦ ਕੀ ਹੈ, ਡਾਇਆਮੀਟਰ ਕੀ ਸੀ, 2 ਬਿੰਦੂ ਲੈਣੇ ਨੇ ਔਨ ਦਾ ਪੈਰੀਫਰੀ ਆਫ ਸਰਕਲ, ਠੀਕ ਹੈ ਨਾ। ਸੈਂਟਰ ਚੋਂ ਪਾਸ ਹੋਣਾ ਚਾਹੀਦਾ, ਕੰਡੀਸ਼ਨ ਇਹ ਹੈ, ਕੰਡੀਸ਼ਨ ਇਟ ਪਾਸਿਸ ਥਰੂ ਦ ਸੈਂਟਰ ਆਫ ਦੀ ਸਰਕਲ AB, ਠੀਕ ਹੈ ਜੀ। ਉਹ ਆਪਣਾ ਕੀ ਬਣ ਗਿਆ, ਡਾਇਆਮੀਟਰ। ਫਿਰ ਮੈਂ ਤੁਹਾਨੂੰ ਦੱਸਿਆ ਵੀ ਇਨਫਾਈਨਾਈਟ ਨੰਬਰ ਆਫ ਰੇਡੀਅਸ ਕੈਨ ਬੀ ਡਰਾਨ, ਇਨਫਾਈਨਾਈਟ ਨੰਬਰ ਆਫ ਰੇਡੀਅਸ ਡਰਾ ਕੀਤੇ ਜਾ ਸਕਦੇ ਨੇ। ਉਸ ਤੋਂ ਬਾਅਦ ਕੀ ਹੈ, ਕੌਰਡ ਤੇ ਡਾਇਆਮੀਟਰ ਦਾ ਫਰਕ ਸੀ। ਕੌਰਡ ਕਿੱਥੋਂ ਸੀ, ਕੌਰਡ ਸੈਂਟਰ ਚੋਂ ਨਹੀਂ ਪਾਸ ਹੋ ਰਿਹਾ ਹੈਗਾ। ਦੇਖੋ ਕੌਰਡ ਕਿੱਥੋਂ ਪਾਸ ਹੋ ਰਿਹਾ, ਕਿਸੇ ਹੋਰ ਪੋਰਸ਼ਨ ਚੋਂ ਪਾਸ ਕਰਨਾ ਹੈ। ਅਗਰ ਉਹ ਸੈਂਟਰ ਚੋਂ ਪਾਸ ਹੋ ਜਾਂਦਾ ਹੈ ਉਹ ਡਾਇਆਮੀਟਰ ਬਣ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਕੀ ਹੈ, ਟੈਂਜੈਂਟ ਬਾਰੇ ਦੱਸਿਆ। ਟੈਂਜੈਂਟ ਕੀ ਹੈ, ਜਿਹੜੀ ਇੱਕ ਲਾਈਨ ਇੰਟਰਸੈਕਟ ਕਰਦੀ ਹੈ ਕਿਹਨੂੰ, ਕਿਸੇ ਕੌਰਡ ਨੂੰ, ਇੱਕ ਬਿੰਦੂ ਤੇ, ਪਰ ਉਹ ਬਿੰਦੂ ਟੱਚ ਕਿੱਥੇ ਹੋਣਾ ਚਾਹੀਦਾ ਹੈ, ਸਰਕਲ ਨੂੰ। ਉਸ ਬਿੰਦੂ ਨੂੰ ਅਸੀਂ ਕੀ ਕਹਾਂਗੇ, ਪੁਆਇੰਟ ਆਫ ਟੈਂਜੈਂਸੀ, ਉਹਨੂੰ ਟੈਂਜੈਂਟ ਕਹਾਂਗੇ। ਕੇ ਸੀ ਉਰੇ ਟੈਂਜੈਂਟ ਹੈ, ਔਰ ਕੇ ਕੀ ਹੈ, ਕਿ ਉਹ ਬਿੰਦੂ ਹੈ, ਪੁਆਇੰਟ ਆਫ ਟੈਂਜੈਂਸੀ। ਫਿਰ ਅਸੀਂ ਆਰਕ ਬਾਰੇ ਗੱਲ ਕੀਤੀ, ਬਹੁਤ ਇੰਪੋਰਟੈਂਟ ਟੌਪਿਕ ਹੈ ਆਰਕ। ਮੇਜਰ ਤੇ ਮਾਈਨਰ ਸੈਕਟਰਾਂ 'ਚ ਕੰਮ ਆਉਂਦਾ ਇਹ। ਕੇ ਐਕਸ ਐਲ ਕੀ ਹੈ, ਮਾਈਨਰ ਆਰਕ। ਕੇ ਵਾਈ ਐਲ ਅਗਲੀ ਪੀਪੀਟੀ 'ਚ ਦੇਖੋ, ਕੇ ਵਾਈ ਐਲ ਕੀ ਹੈ, ਮੇਜਰ ਆਰਕ, ਮਾਈਨਰ ਆਰਕ, ਮੇਜਰ ਆਰਕ। ਦੋਨੋਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਨੇ। ਸੈਕਟਰ, ਜਦੋਂ ਅਸੀਂ ਸੈਕਟਰ ਦੀ ਕੈਲਕੂਲੇਸ਼ਨ ਕਰਦੇ ਹਾਂ, ਫਿਰ ਮੈਂ ਦੱਸਿਆ ਏਰੀਆ ਕੀ ਸੀ, ਪਾਈ ਆਰ ਸਕੁਅਰ। ਜੇ ਇਨ ਟਰਮਸ ਆਫ ਰੇਡੀਅਸ, ਜੇ ਰੇਡੀਅਸ ਦਿੱਤਾ ਤਾਂ ਪਾਈ ਆਰ ਸਕੁਅਰ, ਜੇ ਡਾਇਆਮੀਟਰ ਦਿੱਤਾ ਹੈ ਤਾਂ ਕੀ ਹੈ, ਤਾਂ π/4 d ਸਕੁਅਰ। ਫਿਰ ਮੈਂ ਇੱਕ ਤਾਂ ਇਹਨੂੰ ਸਰਕਲ ਨੂੰ ਹੋਰ ਤਰ੍ਹਾਂ ਡਿਫਾਈਨ ਕੀਤਾ। ਜੇ ਅਸੀਂ ਇਹਨੂੰ ਪੂਰਾ ਖੋਲ ਲਈਏ, ਸਰਕਲ ਨੂੰ ਕਟਿੰਗ ਕਰ ਲਈਏ, ਜਿਵੇਂ ਇੱਕ ਸੇਬ ਦੇ ਫਾੜੀਆਂ ਕੱਟਦੇ ਆ, ਉਹਨੂੰ ਅਰੇਂਜ ਕਰ ਦਈਏ ਇੱਕ ਪੈਰਲੋਗ੍ਰਾਮ ਬਣਾ ਕੇ, ਤੇ ਫਿਰ ਆਪਾਂ ਕੱਢੀਏ ਤਾਂ ਵੀ ਨਿਕਲਦਾ ਤਾਂ ਉਨਾ ਹੀ ਹੈ, ਪਰ ਉਹਦੇ 'ਚ ਕੀ ਹੈ, ਥੋੜਾ ਸਾਨੂੰ ਪਤਾ ਲੱਗ ਜਾਂਦਾ ਹੈ। ਇਹਨੂੰ ਸਿੰਪਲੀਫਾਈ ਕਰ ਲੈਂਦੇ ਆ, ਪੈਰੀਫਰੀ 2πr, r ਨਾਲ r ਕੱਟੇ ਜਾਂ 2 ਨਾਲ ਇਦਾਂ, ਤਾਂ ਉਹ ਵੀ πr ਸਕੁਅਰ ਹੀ ਆਉਂਦਾ ਹੈ। ਤੇ ਨੈਕਸਟ ਅਸੀਂ ਕੀ ਪੜਿਆ, ਇਹਦੇ ਰਿਲੇਟਡ ਕੁਐਸਚਨ ਕੀਤੇ, ਸਾਨੂੰ ਰੇਡੀਅਸ ਦੇਤਾ, ਆਪਾਂ ਨੇ ਏਰੀਆ ਕੱਢ ਲਿਆ। ਉਸ ਤੋਂ ਬਾਅਦ ਨੈਕਸਟ ਕੀ ਸੀ, ਨੈਕਸਟ ਸੀਗਾ ਸਾਡਾ ਇਹਦਾ ਐਪਲੀਕੇਸ਼ਨ ਸੀ। ਪਹਿਲਾਂ ਫਾਈਂਡ ਆਊਟ ਕੀਤਾ ਏਰੀਆ, ਫਿਰ ਉਹਦੀ ਇੱਕ ਐਪਲੀਕੇਸ਼ਨ ਸਮਝਾਈ ਵੀ ਟੌਪ ਕਵਰ ਹੈ ਇੱਕ ਡਰੇਨ ਦਾ, ਉਹ ਆਪਾਂ ਡਿਜ਼ਾਈਨ ਕਰਨਾ, ਉਹਦਾ ਖੇਤਰਫਲ ਪਤਾ ਕਰਨਾ, ਉਹਦੇ 'ਚ ਆਪਾਂ ਉਹਦਾ ਖੇਤਰਫਲ ਐ ਕੱਢ ਲਾਂਗੇ। ਉਸ ਤੋਂ ਬਾਅਦ ਸੈਮੀ ਸਰਕਲ ਸ਼ੁਰੂ ਹੋ ਗਿਆ, ਹਾਫ ਪੋਰਸ਼ਨ, ਹਾਫ ਪਾਰਟ ਆਫ ਦਾ ਸਰਕਲ।
from the center of diameter to from the center of the circle, blue shaded region ਉਹ ਸੈਮੀ ਸਰਕਲ ਸੀ। ਨੈਕਸਟ ਕੀ ਸੀ, ਉਹਦਾ ਪੈਰੀਮੀਟਰ ਕਿਵੇਂ ਕੈਲਕੂਲੇਟ ਕਰਨਾ, d ਪਲੱਸ ਪਾਈ ਆਰ, ਉਹ ਸਾਰਾ ਸਮਝਾਇਆ ਤੁਹਾਨੂੰ। ਉਸ ਤੋਂ ਬਾਅਦ ਨੈਕਸਟ ਕੀ ਸੀ, ਉਹਦੇ ਨਾਲ ਰਿਲੇਟਡ ਕੁਐਸਚਨ, ਉਹਦੇ ਨਾਲ ਫਿਰ ਏਰੀਆ ਕੀ ਸੀ, ਪਾਈ ਆਰ ਸਕੁਅਰ ਬਟਾ 2। ਉਸ ਤੋਂ ਬਾਅਦ ਨੈਕਸਟ ਕੀ ਸੀ, ਬਹੁਤ ਇੰਪੋਰਟੈਂਟ, ਕਨਸੈਂਟਰਿਕ ਸਰਕਲ ਦੱਸਿਆ। ਫਿਰ ਅਸੀਂ ਉਹਦਾ ਏਰੀਆ ਜਾਂ ਉਹਦੀ ਐਪਲੀਕੇਸ਼ਨ ਜਿਵੇਂ ਆਪਾਂ ਕੈਲਕੂਲੇਸ਼ਨਾਂ 'ਚ ਕਰਦੇ ਹਾਂ, ਸਰਕਲ ਪਾਥ ਕੱਢੋ, ਠੀਕ ਹੈ। ਸੋ ਇਹ ਅਜੇ ਤੱਕ ਦਾ ਜੋ ਟੋਟਲ ਸੀ ਅਸੀਂ ਸਾਰਾ ਪੋਰਸ਼ਨ ਕਵਰ ਕੀਤਾ। ਹੁਣ ਬੱਚੇ ਮੈਨੂੰ ਕੁਐਸਚਨ ਪੁੱਛੋ ਜਿਹਨੂੰ ਕੁਝ ਗੱਲ ਸਮਝ ਨਹੀਂ ਆਈ ਲੈਕਚਰ 'ਚ, ਤੇ ਪਲੀਜ਼ ਉਹ ਮੈਨੂੰ ਕੁਐਸਚਨ ਹੁਣ ਪੁੱਛ ਸਕਦੇ ਨੇ। ਹਾਂਜੀ, ਐਨੀਵਨ ਵਾਂਟਸ ਟੂ ਆਸਕ ਕੁਐਸਚਨ, ਪਲੀਜ਼ ਆਸਕ ਮੀ। ਕੋਈ ਵੀ ਬੱਚਾ ਜੋ ਕੁਐਸਚਨ ਪੁੱਛਣਾ ਚਾਹੁੰਦਾ ਹੈ ਜੀ। ਹਾਂਜੀ, ਹੈਲੋ students, from the beginning of the lecture to end of the lecture, ਜੇ ਕੋਈ ਚਾਹੁੰਦਾ ਜੀ ਕੁਐਸਚਨ ਪੁੱਛਣਾ। ਹਾਂਜੀ ਬੇਟਾ, ਸੋ ਤੁਹਾਡਾ ਥੈਂਕ ਯੂ, ਫਿਰ ਥੈਂਕ ਯੂ ਕਰਨਾ ਚਾਹਾਂਗੇ। ਤੁਸੀਂ ਪੇਸ਼ੈਂਸਲੀ ਲੈਕਚਰ ਸੁਣਿਆ, ਬਹੁਤ ਧੰਨਵਾਦ ਤੁਹਾਡਾ। ਸਿਰਫ ਇੱਕ ਇਹ ਜ਼ਰੂਰ ਕਹੂੰ ਸਟੂਡੈਂਟਸ ਨੂੰ ਕਿ ਪਲੀਜ਼ ਨੋਟਬੁੱਕ ਔਰ ਪੈਨ ਜ਼ਰੂਰ ਰੱਖ ਕੇ ਬੈਠਿਆ ਕਰੋ। ਲੈਕਚਰ ਕੋਈ ਵੀ ਸੁਣ ਰਹੇ ਹੋ, ਜਦੋਂ ਤੁਸੀਂ ਆਪਣੇ ਟੀਚਰ ਸਾਹਿਬਾਨ ਦਾ ਲੈਕਚਰ ਸੁਣਦੇ ਹੋ, ਉਹਨੂੰ ਲਿਖ ਕੇ ਦੇਖੋ, ਬਾਰ-ਬਾਰ ਲਿਖ ਕੇ ਦੇਖੋ, ਤਾਂ ਕਿ ਇਹ ਤਾਂ ਉਹ ਚੀਜ਼ ਹੈ, ਤੁਸੀਂ ਕੰਪੀਟੀਸ਼ਨ ਵੀ ਕਲੀਅਰ ਕਰ ਲਓਗੇ। ITI ਕਰੋ ਤੇ ਕੰਪੀਟੀਸ਼ਨ ਕਲੀਅਰ ਕਰਕੇ ਤੁਸੀਂ ਸਰਕਾਰੀ ਨੌਕਰੀ ਲੈ ਸਕਦੇ ਹੋ। ਪ੍ਰਾਈਵੇਟ ਵਾਲੇ ਤਾਂ ਬੁਲਾਉਂਦੇ ਹੀ ਨੇ, ਸਰਕਾਰੀ ਵੀ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਧਿਆਨ ਨਾਲ ਪੜ੍ਹਦੇ ਹੋ ਜੀ। ਹਾਂਜੀ ਸਰ, ਹੈਲੋ 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 ਜੀ, ਹੈਲੋ ਹਾਂਜੀ ਸਰ, ਹੈਲੋ ਹਾਂਜੀ ਸਰ, ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ ਮੈਂ ਕਵਰ ਕਰ ਲਿਆ ਸਰ। ਠੀਕ ਹੈ ਜੀ, ਤੇ ਮੈਂ ਪਾਰਟਿਸਪੈਂਟਸ ਨੂੰ ਕਰਦਾ ਜੀ। ਹਾਂਜੀ ਉਹ ਕਰ ਦਿਓ, ਬੜੀ ਮਿਹਰਬਾਨੀ। ਜੇ ਕੁਐਸਚਨ ਪੁੱਛਣਾ ਚਾਹਣ ਮੈਨੂੰ ਬਹੁਤ ਅੱਛਾ ਲੱਗੂਗਾ ਜੀ। ਹਾਂਜੀ ਹਾਂਜੀ, ਜੇ ਕਿਸੇ ਨੂੰ ਕੁਐਸਚਨ, ਪਾਰਟਿਸਪੈਂਟਸ ਨੂੰ ਮੈਂ ਅਨਮਿਊਟ ਕਰਦਾ ਜੀ। ਕਰ ਦਿਓ ਜੀ, ਕਰ ਦਿਓ, ਕਰ ਦਿਓ, ਬਹੁਤ ਅੱਛਾ ਹੋਊਗਾ ਜੀ। ਬੱਚੇ ਪੁੱਛਣ ਨੂੰ ਬਹੁਤ ਮਜ਼ਾ ਆਉਂਦਾ ਫਿਰ। ਠੀਕ, ਠੀਕ ਹੈ ਜੀ। ਹਾਂਜੀ ਹਾਂਜੀ ਕਰ ਦਿਓ ਜੀ। ਆਪਣੇ ਆਪ ਨੂੰ ਵੀ ਅਨਮਿਊਟ ਕਰ ਲੈਣਾ, ਠੀਕ ਹੈ ਜੀ। ਸਰ ਮੈਂ ਤਾਂ ਅਨਮਿਊਟ ਹੀ ਹਾਂ ਜੀ, ਦੇਖਿਓ। ਹਾਂ, ਤੁਸੀਂ ਹੋ ਜਾਓਗੇ, ਮਿਊਟ ਹੋ ਜਾਓਗੇ ਹੁਣ। ਹਾਂ, ਪਲੀਜ਼ ਪਾਰਟਿਸਪੈਂਟਸ, ਇਫ ਐਨੀ ਕੁਐਰੀਜ਼ देयर, ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਹੋ ਸਰ ਤੋਂ। ਸਰ ਅਨਮਿਊਟ ਕਰਨਾ ਜੀ ਆਪਣੇ ਆਪ ਨੂੰ। ਹੈਲੋ ਹੈਲੋ ਹਾਂਜੀ ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂ ਬੇਟਾ, ਐਨੀਵਨ ਹੈਵਿੰਗ ਐਨੀ ਕੁਐਸਚਨ, ਕਿਸੇ ਨੇ ਬੱਚੇ ਨੂੰ ਡੋਂਟ ਹੈਸੀਟੇਟ, ਪਲੀਜ਼ ਕੁਐਸਚਨ ਪੁੱਛੋ। ਹੈਸੀਟੇਟ ਨਹੀਂ ਕਰਨਾ ਹੈ, ਜ਼ਰੂਰ ਪੁੱਛਣਾ ਹੈ, ਉਹਦੇ ਨਾਲ ਸਾਡੀ ਪਰਫਾਰਮੈਂਸ ਸਾਨੂੰ ਪਤਾ ਲੱਗਦੀ ਹੈ। ਜੇ ਬੱਚੇ ਨੂੰ ਸਮਝ ਨਾ ਆਵੇ, ਅਸੀਂ ਅਗਲੀ ਵਾਰੀ ਫੇਰ ਹੋਰ ਵਧੀਆ ਤਿਆਰੀ ਕਰਾਂਗੇ ਜੀ। ਐਨੀਵਨ ਹੈਗਾ ਬੱਚਾ ਕੋਈ ਬੇਟਾ? ਹੈਲੋ ਸਰ ਬਹੁਤ ਵਧੀਆ ਲੈਕਚਰ ਸੀ। ਵਾਹ ਜੀ ਵਾਹ, ਥੈਂਕ ਯੂ, ਤੁਹਾਡਾ ਧੰਨਵਾਦ। ਬੇਟਾ ਕਿੱਥੋਂ ਗੱਲ ਕਰ ਰਹੇ ਹੋ? ਸਾਰਾ ITI SC ਫਤਿਹਗੜ੍ਹ ਚੂੜੀਆਂ। ਵਾਹ, ਬਹੁਤ ਅੱਛਾ, ਮੈਨੂੰ ਬਹੁਤ ਵਧੀਆ ਲੱਗਿਆ ਬੇਟਾ। ਬੇਟਾ ਕਦੇ ਵੀ ਤੁਸੀਂ ਕੁਐਸਚਨ ਕੁਝ ਵੀ ਪੁੱਛਣਾ ਹੋਵੇ, ਅਸੀਂ ਆਪਣਾ ਜੋ PPTs ਬਣਾਉਣੇ ਆ, ਸਾਡੀ ਮਿਹਨਤ ਸਿਰਫ ਇਸ ਲਈ ਹੈ, ਸਾਡਾ ਸਾਰਾ ਡਿਪਾਰਟਮੈਂਟ, ਸਾਡੇ ਸੀਨੀਅਰ ਆਫੀਸ਼ੀਅਲਸ ਸਿਰਫ ਇੱਕ ਗੱਲ ਲੈ ਕੇ ਚੱਲੇ ਹੋਏ ਨੇ ਕਿ ਤੁਹਾਨੂੰ ਜੌਬ ਅੱਛੀ ਮਿਲ ਜੇ, ਤੁਹਾਡਾ ਜੀਵਨ ਅੱਛਾ ਹੋ ਜੇ। ਸੋ ਬੜਾ ਅੱਛਾ ਲੱਗਦਾ ਜਦੋਂ ਬੱਚੇ ਪਾਰਟਿਸਿਪੇਟ ਕਰਕੇ ਕੁਐਸਚਨ ਪੁੱਛਦੇ ਨੇ, ਬਹੁਤ ਵਧੀਆ ਲੱਗਦਾ। ਸਾਡੇ ਆਫੀਸਰ ਸਾਹਿਬਾਨ ਵੀ ਵਿੱਚ ਹੁੰਦੇ ਨੇ ਲੈਕਚਰਸ ਦੇ, ਇੰਨੀ ਮਿਹਨਤ ਕਰਦੇ ਹਾਂ ਅਸੀਂ ਦਿਨ ਰਾਤ ਸਿਰਫ ਇਸੇ ਲਈ ਕਿ ਤੁਸੀਂ ਬੱਚੇ ਸਫਲ ਹੋ ਜਾਓ ਔਰ ਨਾਲ ਅਸੀਂ ਸਫਲ ਹੋਈਏ। ਹਾਂਜੀ ਕਾਲੜਾ ਸਰ ਜੀ। ਹਾਂਜੀ ਨਮਸਕਾਰ ਸਰ। ਹੈਲੋ ਨਮਸਕਾਰ ਜੀ, ਬਹੁਤ ਵਧੀਆ ਸਰ, ਵੈਰੀ ਗੁੱਡ, ਬਹੁਤ ਅੱਛਾ। ਥੈਂਕ ਯੂ ਸਰ। ਸਰ ਕੌਣ ਗੱਲ ਕਰ ਰਿਹਾ ਜੀ?
ਤਰਸੇਮ ਸਿੰਘ ਸਰ। अच्छा जी, थैंक यू सर, थैंक यू सो नाइस ऑफ यू, बहुत मेहरबानी जनाब। ਹੈਲੋ हाँ जी नमस्कार मैडम। ਸਤਿ ਸ਼੍ਰੀ ਅਕਾਲ ਸਰ। सत श्री अकाल जी। ਸਰ ਬੜਾ ਵਧੀਆ ਤੁਸੀਂ ਸਮਝਾਇਆ ਜੀ ਸਾਨੂੰ, ਅੱਗੇ ਤੋਂ ਵੀ ਸਾਡੀਆਂ ਕਲਾਸਾਂ ਤੁਸੀਂ ਲਗਾਉਂਦੇ मैं ਰਹਿਣਾ ਜੀ। जरूर जरूर जी मैडम, मैं तो अबलाइज थोड़ा धन्नवादी हाँ, तुसी पेशेंसली मैनू सुनिया जी, मैं थोड़ा धन्नवादी हाँ जी। हाँ जी हाँ जी, थैंक यू सो मच। बेटा एनीवन हैविंग कोई हैगा जी बच्चा क्वेश्चन जिन्हें पूछना होवे जी? ਹੈਲੋ हेलो हाँ जी सर, हेलो हेलो ਹੈਲੋ ਸਤਿ ਸ਼੍ਰੀ ਅਕਾਲ ਸਰ ਜੀ। हाँ जी सत श्री अकाल जी। ਸਰ ਮੈਂ ਸਿੰਘ ਬੋਲਦਾ ਸਰ ਕਾਦੀਆਂ ਆਈਟੀ ਤੋਂ। हाँ जी सॉरी कित्थों गल कर रहे हो जी? ਆਈਟੀ ਕਾਦੀਆਂ ਸਰ। हाँ जी हाँ जी हाँ जी हाँ जी बेटा हाँ जी ਕਾਦੀਆਂ ਸਰ ਆਈਟੀ। हाँ जी मैनू पता लग गया जी। हाँ जी ਸਰ ਯੂਨਿਟਸ ਕੋਈ ਵੱਖਰੀ ਚੀਜ਼ ਸਰ, हाँ जी ਯੂਨਿਟਸ ਕੋਈ ਵੱਖਰੀ ਚੀਜ਼ ਹੁੰਦੀਆਂ ਹੈ? ਇਹ ਪੈਰੀਮੀਟਰ ਹੋ ਗਿਆ, ਏਰੀਆ ਹੋ ਗਿਆ ਸਰ, ਯੂਨਿਟਸ ਵੱਖਰੇ ਹੁੰਦੇ? हाँ बिल्कुल बेटा। अच्छा एक ऐ गल दसो मैनू, ਆਪਾਂ यूनिट तुसी जे बाजार कोई समान लैण जाओ, तुसी मान लो कपड़ा लैण जांदे हो, हैं जी सुन रहे हो मेरी गल जी? हेलो ਹਾਂਜੀ ਸਰ ਹਾਂਜੀ ਹਾਂਜੀ ਸਰ। अच्छा कपड़ा लैण जांदे हो, उत्थे की कहंदे हो भी 1 मीटर कपड़ा दे दो। अच्छा फिर जे तुसी दुੱਧ लैण जांदे हो, ਹਾਂਜੀ ਸਰ ਹਾਂਜੀ। फिर तुसी की कहंदे हो भी 1 किलो दुੱਧ दे दो। अच्छा किलो जे सर? तुसी कपड़े वाली एक मिनट, हाँ जे जी सर। कपड़े वाली दुकान ते जाके ये कहो भी 1 किलो कपड़ा दे दो, नहीं सर इतना क्या नहीं हो सकता। मेरी गल समझ गए ना? यूनिट्स की ने, हाँ जी हाँ जी। यूनिट्स बेटे ਇਹ ਨੇ ਜੋ ਅਸੀਂ ਮੀਟਰ ਕਿਲੋਗ੍ਰਾਮ, ਇਹ ਯੂਨਿਟਸ ਨੇ ਸਾਡੇ, ਸੈਂਟੀਮੀਟਰ ਯੂਨਿਟਸ ਨੇ ਸਾਡੇ। ਅੱਛਾ ਦੇਖੋ ਇਹ ਡਿਫਰੈਂਸ ਕਿੱਥੇ ਹੁੰਦਾ ਜਦੋਂ ਅਸੀਂ ਸਕੇਲਰ ਤੇ ਵੈਕਟਰ ਦੀ ਗੱਲ ਕਰਦੇ ਆ, ਸਕੇਲਰ ਤੇ ਵੈਕਟਰ ਦੀ ਗੱਲ ਕਰਦੇ ਆ ਨਾ, ਮੈਗਨੀਚਿਊਡ ਅੱਡ ਚੀਜ਼ ਹੈ, ਯੂਨਿਟ ਅੱਡ ਚੀਜ਼ ਹੈ। ਦੇਖੋ ਮੈਗਨੀਚਿਊਡ ਕੀ ਹੈ? 5 ਮੀਟਰ ਕੱਪੜਾ, 5 ਮੀਟਰ ਹੋ ਗਿਆ, 5 ਕੀ ਹੈ ਸਾਡੀ ਮੈਗਨੀਚਿਊਡ ਹੈ, ਔਰ ਮੀਟਰ ਕੀ ਹੋ ਗਿਆ ਸਾਡਾ? ਯੂਨਿਟ ਹੈ। ਸੋ ਹਰ ਫਿਜ਼ੀਕਲ ਕੁਆਂਟੀਟੀ ਦੀ, ਹਰ ਫਿਜ਼ੀਕਲ ਕੁਆਂਟੀਟੀ ਦੀ ਇੱਕ ਯੂਨਿਟ ਹੈ। ਅੱਛਾ ml, ਜੇ ਦਵਾਈ ਪੀਣੀ ਆ ਅਸੀਂ ml ਚ ਪੀਨੇ ਆ, ਆਪਾਂ ਲੀਟਰਾਂ ਚ ਨਹੀਂ ਪੀਂਦੇ। ਦੁੱਧ ਅਸੀਂ ਲੀਟਰਾਂ ਚ ਲੈਨੇ ਆ, ਆਪਾਂ ਕਹਿੰਦੇ ਆ ਵੀ ਦੁੱਧ ਦੀ। ਹੈਲੋ ਹਾਂਜੀ ਸੁਣ ਰਹੇ ਹੋ ਬੇਟੇ? ਹਾਂਜੀ ਹਾਂ। ਸੋ ਬੇਟਾ ਇਹ ਬੜੇ ਜ਼ਰੂਰੀ ਨੇ, ਇਹ ਗੱਲ ਜ਼ਰੂਰੀ ਬਹੁਤ ਹੈ। ਤੁਸੀਂ ਜਿਹੜਾ ਖੇਤਰਫਲ ਲਿਖਣਾ ਹੈ ਸਕੁਅਰ ਯੂਨਿਟਸ ਚ ਲਿਖਣਾ ਹੈ। ਸੋ ਆਲਵੇਜ਼ ਜੇ ਤੁਸੀਂ ਹਾਇਰ ਪੜ੍ਹਾਈ ਵੀ ਕਰੋਗੇ ਉੱਥੇ ਵੀ ਯੂਨਿਟਸ ਜ਼ਰੂਰੀ ਨੇ, ਨੂਮੈਰੀਕਲ ਕਰੋਗੇ ਯੂਨਿਟਸ ਜ਼ਰੂਰੀ ਨੇ। ਐਪਲੀਕੇਸ਼ਨ ਇੰਜੀਨੀਅਰਿੰਗ ਦੀ ਕੀ ਹੈ? ਮੈਥ ਦੀ ਐਪਲੀਕੇਸ਼ਨ ਇੰਜੀਨੀਅਰਿੰਗ ਹੈ, ਤੇ ਉੱਥੇ ਜ਼ਰੂਰੀ ਹੈ। ਐਨੀਵਨ ਹੈਵਿੰਗ ਹੋਰ ਬੇਟਾ ਤੁਸੀਂ ਕੀ ਪੁੱਛਣਾ ਹੈ ਜੀ? ਬਸ ਸਰ ਇਹੀ ਪੁੱਛਣਾ ਸੀ ਸਰ। ਥੈਂਕ ਯੂ ਸਰ। ਵਾਹ ਜੀ ਵਾਹ, ਤੁਹਾਡਾ ਧੰਨਵਾਦ ਜੀ। ਬੜੀ ਖੁਸ਼ੀ ਹੁੰਦੀ ਬੱਚੇ ਜਦੋਂ ਕੋਈ ਪੜ੍ਹਾਉਣ ਵਾਲਾ ਤੇ ਸੁਣਨ, ਫਿਰ ਮਜ਼ਾ ਆ ਜਾਂਦਾ, ਫਿਰ ਕਹਿੰਦਾ ਐ ਲੱਗਦਾ ਕਿ ਮਿਹਨਤ ਕੀਤੀ ਹੈ, ਥੋੜਾ ਅੱਛਾ ਲੱਗਿਆ। ਬਿਲਕੁਲ ਸਰ ਬਿਲਕੁਲ। ਹਾਂ ਬਸ ਇੱਕ ਨਾ ਤੁਸੀਂ ਲੈਕਚਰ ਜ਼ਰੂਰ ਲਾਇਆ ਕਰੋ, ਸਾਰੇ ਉੱਥੇ ਲਾਇਆ ਕਰੋ। ਆਪਣੇ ਟੀਚਰ ਸਾਹਿਬਾਨ ਬਹੁਤ ਮਿਹਨਤ ਕਰਦੇ ਆ, ਅਸੀਂ ਸਿਰਫ ਇਸ ਕਰਕੇ ਕਰਦੇ ਆ ਉੱਥੇ। ਤਾਂ ਹੁਣ ਅੱਜ ਕੱਲ ਤਾਂ ਹੁਣ ITI ਜਦੋਂ ਵੀ ਸਾਨੂੰ ਡਾਇਰੈਕਸ਼ਨਸ ਹੋਣਗੀਆਂ ਤੇ ਅਸੀਂ ਜ਼ਰੂਰ ਲਗਾਵਾਂਗੇ ਨਾਲ ਦੀ ਨਾਲ, ਪਰ ਕੋਸ਼ਿਸ਼ ਕਰਿਆ ਕਰੋ ਜ਼ੂਮ ਐਪ ਤੇ ਡੇਲੀ ਸਰ ਦੀ ਕਲਾਸ ਲਗਾਓ ਆਪਣੀ, ਠੀਕ ਹੈ ਨਾ ਜੀ? ਠੀਕ ਹੈ ਸਰ। ਹੋਰ ਪੁੱਛੋ ਪੁੱਤ, ਕਿਸੇ ਨੇ ਪੁੱਛਣਾ ਹੋਵੇ ਜੀ? ਥੈਂਕ ਯੂ। ਥੈਂਕ ਯੂ, ਤੁਹਾਡਾ ਵੀ ਧੰਨਵਾਦ। ਹਾਂਜੀ ਬੱਚੇ ਹੋਰ ਕੋਈ ਹੈ ਜੀ? ਹਾਂਜੀ ਬੱਚੇ ਹੋਰ ਕੋਈ ਜੀ? ਹਾਂਜੀ 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 ਸਰ, ਕਰ ਦਈਏ ਜੀ ਫਰੈਂਡ? ਕਿਵੇਂ ਦੇਖ ਲਓ ਸਰ, ਜੇ ਕੋਈ
हाँ जी हाँ जी मंगत जी आई थिंक हाँ जी हेलो हाँ जी हाँ जी सर सुन रहे हैं जी। हाँ ਤੇ ਠੀਕ ਹੈ ਜੀ ਤੇ हाँ जी हाँ जी थैंक यू ਮੈਨੂੰ ਲੱਗਦਾ ਕਿ ਕੁਐਰੀ ਤਾਂ ਹੈ ਨਹੀਂ ਜੀ ਹੁਣ ਕੋਈ ਹੋਰ हाँ जी ਤੇ हाँ ਐਂਡ सर बड़ा ਕਰਦੇ ਆ ਤੇ बड़ा मैं शुक्र ਬਹੁਤ- हाँ जी ਸਰ ਤੁਹਾਡਾ ਬਹੁਤ ਥੈਂਕ ਯੂ ਤੁਸੀਂ ਬਹੁਤ ਵਧੀਆ ਹੋਸਟ ਕੀਤਾ ਮੇਰੇ ਦੋਸਤ ਮੰਗਤ ਧਮਾਨ ਜੀ ਮੇਰਾ ਬੜੀ ਹੈਲਪ ਜੀ। ਕੀਤੀ ਤੁਸੀਂ ਸਾਰਿਆਂ ਨੇ ਮੈਂ ਬਹੁਤ ਧੰਨਵਾਦੀ ਹਾਂ ਜੀ ਥੈਂਕ ਯੂ ਥੈਂਕਸ ਅ ਲੋਟ ਸਰ ਹਾਂ ਹਾਂਜੀ ਸਰ ਤੇ ਬਹੁਤ ਵਧੀਆ ਲੈਕਚਰ ਵੀ ਸੀਗਾ ਜੀ ਇਹ ਵੀ ਹੈਗਾ ਕਿ ਹਾਂਜੀ ਇਹ ਵੀ ਤੁਹਾਡੇ ਲਈ ਐਪਰੀਸੀਏਸ਼ਨ ਹੈ ਬਹੁਤ ਵਧੀਆ ਪੜਾਇਆ ਸਰਕਲ ਤੇ ਇੱਕ ਥੈਂਕ ਇੱਕ ਯੂ ਚੀਜ਼ ਕਿ ਐਕਚੁਅਲੀ ਹਾਂਜੀ ਬਿਆਸ ਅਰਧ ਬਿਆਸ ਤੇ ਕੌਰ ਹਾਂਜੀ ਬੱਚਿਆਂ ਕਿ ਹਾਂਜੀ ਜੇ ਮਤਲਬ ਚੀਜ਼ਾਂ ਬਹੁਤ ਘੱਟ ਕਲੀਅਰ ਹੁੰਦੀਆਂ ਨੇ ਤੇ ਹਾਂਜੀ ਬੱਚਿਆਂ ਨੂੰ ਮਤਲਬ ਬਹੁਤ ਡੀਪਲੀ ਦੱਸਣਾ ਪੈਂਦਾ ਹੈ ਚੀਜ਼ਾਂ ਤੇ ਮੈਨੂੰ ਹਾਂ ਮਤਲਬ ਸਰ ਯਾਦ ਆਇਆ ਕਿ 10ਵੀਂ ਦੇ ਵਿੱਚ ਸਾਡੇ ਸਿਰਫ ਪ੍ਰਿੰਸੀਪਲ ਸਰ ਸਿਰਫ ਸਾਨੂੰ ਸਰਕਲ ਹੀ ਪੜਾਉਂਦੇ ਹੁੰਦੇ ਸੀ ਅੰਕਲ ਸੀਗੀ ਉਹ ਚੱਕਰ ਹੀ ਚੱਕਰ ਹਾਂਜੀ ਤੇ ਹਾਂਜੀ ਸਰ ਬੜਾ ਹਾਂਜੀ ਮਤਲਬ ਮਜ਼ਾ ਆਉਂਦਾ ਸੀ ਮੈਂ ਮਤਲਬ ਚਲੋ ਤੇ ਮਹਾਰਾਜ ਦੀ ਕਿਰਪਾ ਵੀ ਮੈਂ ਤਾਂ ਆਪਣਾ ਸਟਰੋਂਗ ਰਿਹਾ ਮਤਲਬ ਵੈਰੀ ਗੁੱਡ ਵੈਰੀ ਗੁੱਡ ਨੂੰ ਤੇ ਹਾਂਜੀ ਹਾਂਜੀ ਮੈਥ ਵੀ ਮੈਂ ਕਿਸੇ ਹੋਰ ਤਰੀਕੇ ਨਾਲ ਪੜ੍ਹ ਲੈਂਦਾ ਸੀ ਕੁਐਸਚਨ ਕਿਸੇ ਹੋਰ ਹਾਂਜੀ ਤਰੀਕੇ ਹਾਂਜੀ ਨਾਲ ਮਜ਼ਾ ਆਉਂਦਾ ਸੀਗਾ ਹਾਂਜੀ ਹਾਂਜੀ ਸਰਕਲ ਦੀਆਂ ਜਿਉਂ ਮੈਂ ਦੇਖ ਠੀਕ ਰਿਹਾ ਤੇ ਠੀਕ ਹੈ ਹਾਂਜੀ ਜੀ ਬਹੁਤ ਵਧੀਆ ਲੈਕਚਰ ਸੀਗਾ ਹਾਂ ਸਰ ਬਹੁਤ ਥੈਂਕ ਯੂ ਸਰ ਸੋ ਨਾਈਸ ਆਫ ਯੂ ਸਾਰਿਆਂ ਦਾ ਧੰਨਵਾਦ ਜੀ ਆਉਣ ਲਈ ਚਲੋ ਠੀਕ ਹੈ ਸਰ ਥੈਂਕ ਯੂ ਸਰ ਸਭ ਦਾ ਧੰਨਵਾਦ ਮੰਗਤ ਜੀ ਬਹੁਤ ਧੰਨਵਾਦ ਤੁਹਾਡਾ ਥੈਂਕਸ Okay, ਲੋਟ thank you, sir. ਥੈਂਕ ਯੂ ਸਰ ਥੈਂਕ ਯੂ Okay. ਠੀਕ ਹੈ ਥੈਂਕ ਯੂ ਸਰ ਥੈਂਕ ਯੂ ਬਾਬਰੀ ਖਾਨਾ ਚਾਰ ਨਾਲ ਜਾਣਾ ਖਾਓਗੇ ਸਬਜ਼ੀ ਨਾਲ ਖਾ ਲਓਗੇ ਸਬਜ਼ੀ ਵਾਲੀ ਬੜੀਆਂ ਯਾਰ ਘਰ ਦੇ ਨਾਲ ਚਾਰ ਦੱਸੋ ਚਾਰ ਆਇਆ ਵੇ